ਸ਼ਮਾਦਾਨ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਦਿਨ ਹੈ ਮੰਗਲਵਾਰ, ਤਰੀਕ ਹੈ 10 ਮਈ, ਸਮਾਂ ਸ਼ਾਮ ਦੇ 6:31 ਦਾ। ਸੋ ਤੁਸੀਂ ਇਸ ਵਕਤ ਸਾਡੇ ਨਾਲ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ। ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਤੇ ਪ੍ਰਸਾਰਿਤ ਕੀਤਾ ਜਾਂਦਾ। ਇਸ ਪ੍ਰੋਗਰਾਮ ਨੂੰ ਸਾਡੇ ਤੱਕ ਤੁਹਾਡੇ ਤੱਕ ਪਹੁੰਚਾਉਣ ਵਿੱਚ ਸਹਿਯੋਗ ਕਰਦੇ ਨੇ ਸਰਦਾਰ ਬਲਵੀਰ ਸਿੰਘ ਉਸਮਾਨਪੁਰ, ਸਰਦਾਰ ਹਰਜਾਪ ਸਿੰਘ ਅਤੇ ਭਰਪੂਰ ਸਿੰਘ ਹੋਣੀ। ਅਤੇ ਇਸ ਤੋਂ ਇਲਾਵਾ ਨਿਊਯਾਰਕ ਤੋਂ ਸਾਰਾ ਰੇਡੀਓ ਪੰਜਾਬ ਟੁਡੇ ਦਾ ਗਰੁੱਪ ਅਤੇ ਬਾਈ ਲਖਵਿੰਦਰ ਹੋਰੀ, ਬਾਈ ਬੋਟਰ ਸਾਹਿਬ, ਗਿੱਲ ਸਾਹਿਬ, ਸੋ ਸੰਧੂ ਸਾਹਿਬ ਅਤੇ ਹੋਰ ਸਾਰੇ ਵੀਰ ਹਮੇਸ਼ਾ ਹੀ ਜਿਹੜੇ ਸਹਿਯੋਗ ਕਰਦੇ ਨੇ। ਲੌਂਗ ਹਾਲ ਚੱਲਣ ਵਾਲੇ ਵੀਰ ਜਿਹੜੇ ਤੁਸੀਂ ਲੋਕਲ ਕੰਮ ਕਰਨਾ ਚਾਹੁੰਦੇ ਹੋ ਤਾਂ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਅਤੇ ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। ਸੋ ਵਪਾਰਕ ਸੁਨੇਹੇ ਅੱਧ ਵਿਚਕਾਰ ਲਵਾਂਗੇ ਅਤੇ ਆਪਾਂ ਚੱਲਦੇ ਹਾਂ ਸਿੱਧਾ ਸਰਦਾਰ ਜਸਵੀਰ ਸਿੰਘ ਪੱਟੀ ਹੋਰਾਂ ਕੋਲ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਜੀ ਵਿਕਰਮ ਸਿੰਘ ਮਜੀਠੀਆ ਬਾਰੇ ਅਪਡੇਟ ਦਿਓ। ਕਹਿੰਦੇ ਸੁਪਰੀਮ ਕੋਰਟ ਗਏ ਸੀ, ਕੀ ਹੈ ਜੀ ਅਪਡੇਟ? ਵੇਖੋ, ਪੋਲੀਟੀਕਲ ਬੰਦੇ ਬਹੁਤ ਘੱਟ ਫਸਦੇ ਕਿਸੇ ਮਾਮਲੇ, ਜੇ ਫਸ ਜਾਣ ਤੇ ਮੁੜ ਕੇ ਨਿਕਲਣਾ ਮੁਸ਼ਕਲ ਹੋ ਜਾਂਦਾ ਜੀ। ਇਹੀ ਹਾਲ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਨਾਲ ਹੋਇਆ ਵੀ ਸਰਦਾਰ ਬਿਕਰਮ ਸਿੰਘ ਮਜੀਠੀਆ ਬਕਾਇਦਾ ਤੌਰ ਤੇ ਗਏ ਸੀ ਸੁਪਰੀਮ ਕੋਰਟ ਦੀ। ਸੁਪਰੀਮ ਕੋਰਟ ਜਾ ਕੇ ਸਾਡਾ ਜਿਹੜਾ ਕੇਸ ਹੈ ਇਹ ਸਿਰਫ ਤੇ ਸਿਰਫ ਜਿਹੜਾ ਪੋਲੀਟੀਕਲ ਵੈਂਡੇਟਾ ਵਾ ਤੇ ਇਹਨੂੰ ਖਾਲੀ ਕੀਤਾ ਜਾਵੇ ਜੀ। ਕੋਰਟ ਕੀ ਕਹਿੰਦੀ ਹੈ? ਕੋਰਟ ਕਹਿੰਦੀ ਆ ਕਿ ਬਿਕਰਮ ਸਿੰਘ ਮਜੀਠਾ ਜਿਹੜਾ ਆਪ ਮਾਲ ਮੰਤਰੀ ਹੋਵੇ, ਉਹਦੀ ਜਿਹੜੀ ਭੈਣ ਉਹ ਕੇਂਦਰ 'ਚ ਮੰਤਰੀ ਹੋਵੇ, ਜਿਹੜਾ ਉਹਦਾ ਭੈਣ ਦਾ ਸਹੁਰਾ ਉਹ ਮੁੱਖ ਮੰਤਰੀ ਹੋਵੇ, ਦਾ ਭਣਵੀਆ ਜਿਹੜਾ ਵਾ ਡਿਪਟੀ ਮੁੱਖ ਮੰਤਰੀ ਹੋਵੇ, ਤੇ ਇਹ ਤੋਂ ਬਾਅਦ ਮਜ਼ਬੂਤ ਬੰਦਾ ਖੜਾ ਉਸ ਤਰ੍ਹਾਂ ਜੀ, ਉਹਦੇ ਨਾਲ ਪੋਲੀਟੀਕਲ ਵੈਂਡੇਟਾ ਕੀ ਹੋਊਗਾ? ਉਹਦੇ ਵਿੱਚ ਉਹਨਾਂ ਸੁਪਰੀਮ ਕੋਰਟ ਨੇ ਜਿਹਨੂੰ ਕਹਿਤਾ ਭਾਈ ਤੁਹਾਨੂੰ ਇੱਥੇ ਆਉਣ ਦੀ ਲੋੜ ਨਹੀਂ ਜੀ। ਕਪਲ ਸਿੱਬਲ ਤੇ RS ਚੀਮਾ ਜਿਹੜੇ ਸੀ ਦੇ ਵਕੀਲ ਪੇਸ਼ ਹੋਏ, ਕਾਫੀ ਤਰੀਕਾਂ ਪੈ ਗਈਆਂ ਸੀ ਅੱਗੇ ਤੇ ਹੁਣ ਜਿਹੜੀ ਜਸਟਿਸ ਚੰਦਰਚੂੜ ਨੇ ਉਹਨਾਂ ਨੇ ਡਾਕਟਰ ਸੂਰਿਆਕਾਂਤ ਤਿੰਨ ਜੱਜਾਂ ਦੀ ਸੁਣਾਈ ਕੀਤੀ ਜੀ। ਉਹਨਾਂ ਨੇ ਕਹਿਤਾ ਭਾਈ ਤੁਹਾਨੂੰ ਇੱਥੇ ਆਉਣ ਦੀ ਬਿਲਕੁਲ ਲੋੜ ਨਹੀਂ, ਤੁਸੀਂ ਹਾਈ ਕੋਰਟ ਜਾਓ, ਡਬਲ ਬੈਂਚ ਕੋਲ। ਡਬਲ ਬੈਂਚ ਤੁਹਾਡੀ ਸੁਣਵਾਈ ਕਰੇਗਾ, ਉੱਥੋਂ ਤੁਹਾਨੂੰ ਰਾਹਤ ਮਿਲਦੀ ਤੇ ਠੀਕ ਹੈ, ਜੇ ਨਹੀਂ ਮਿਲਦੀ ਤੇ ਫਿਰ ਜੋ ਕਾਨੂੰਨ ਕਹਿੰਦਾ ਉਹ। ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਬੇਲ ਐਪਲੀਕੇਸ਼ਨ ਉਹ ਕਿਉਂ ਨਹੀਂ ਲਾਈ ਜਾ ਰਹੀ? ਕਿਉਂਕਿ 120 ਦਿਨ ਹੋਣੇ ਬਹੁਤ ਜ਼ਰੂਰੀ ਹੈ NDPC ਐਕਟ। ਦੂਸਰੀ ਚੀਜ਼, ਲੀਜ਼ਾ ਗਿੱਲ ਨੇ ਆਪਣੀ ਜਿਹੜੀ ਆ ਜੱਜਮੈਂਟ ਜੋ ਮੋਤੀ ਪੋਤੇ ਨੇ ਜਿਹੜਾ ਜੱਜ ਵੇਂਦਾ ਉਹ ਕਰੰਟ ਮਾਰਦੀ ਹੈ 40 ਵੋਟ ਜੀ। ਤੇ ਬਿਕਰਮ ਸਿੰਘ ਮਜੀਠੀਆ ਦੀ ਫਾਈਲ ਦੇ ਵਿੱਚ 24 ਜਨਵਰੀ ਲੀਜ਼ਾ ਗਿੱਲ ਨੇ ਜਿਹੜੀ ਐਂਟੀਸਿਪੇਟੀ ਰੱਦ ਕੀਤੀ ਸੀ, ਉਦੋਂ ਵੀ ਬੜਾ ਕੁਛ ਲਿਖਿਆ। ਹੁਣ ਇਸੇ ਕੋਰਟ ਦੇ ਵਿੱਚ ਜਿਹਦੀ ਸੁਣਵਾਈ ਲੀਜ਼ਾ ਗਿੱਲ ਕਰ ਰਹੀ ਹੈ, ਉਹਦੇ ਵਿੱਚ ਸਾਬਕਾ ਪਾਰਲੀਮੈਂਟ ਸੈਕਟਰੀ ਤੇ ਅਕਾਲੀ ਦਲ ਦਾ MLA ਅਮਰਪਾਲ ਸਿੰਘ ਬੋਨੀ ਨੇ ਇੱਕ ਪਟੀਸ਼ਨ ਪਾਈ ਆ ਤੇ ਮੈਨੂੰ ਬਿਕਰਮਜੀਤ ਸਿੰਘ ਮਜੀਠੀਆ ਦੇ ਬੰਦਿਆਂ ਤੋਂ ਖਤਰਾ ਵਾ, ਇਸ ਕਰਕੇ ਮੇਰੀ ਸਿਕਿਉਰਿਟੀ ਦੀ ਵਿਡਰਾ ਕੀਤੀ, ਉਹ ਬਹਾਲ ਕੀਤੀ ਆ ਜੀ। ਉਹਦੀ ਮੇਰੇ ਖਿਆਲ 24 ਮਈ ਨੂੰ ਸੁਣਵਾਈ ਆ। ਜਦੋਂ 4 ਸਵੇਰੇ ਘੇਰਾ ਪਿਆ ਹੋਵੇ ਨਾ ਤੇ ਫਿਰ ਬੰਦੇ ਦਾ ਕੰਮ ਇਹ ਹੁੰਦਾ ਵੀ ਚੁੱਪ ਕਰਕੇ ਜਿੱਥੇ ਬੈਠਾ ਉੱਥੇ ਬੈਠਾ ਰਹੇ ਜੀ। ਹੁਣ ਬਿਕਰਮ ਸਿੰਘ ਮਜੀਠੀਆ ਇਹਨਾਂ ਜਿਹੜੀ ਐਪਲੀਕੇਸ਼ਨ ਲਾਈ ਸੁਪਰੀਮ ਕੋਰਟ, ਉਹ ਜਿਹੜੀ ਧਾਰਾ 32 ਦੇ ਤਹਿਤ ਲਾਈ ਸੀ। ਆਰਟੀਕਲ 32 ਕੀ ਹੈ ਜੀ? ਆਰਟੀਕਲ 32 ਇਹ ਆ ਵੀ ਆਰਟੀਕਲ ਮੇਰੇ ਖਿਆਲ 12 ਤੋਂ ਲੈ ਕੇ ਤੇ 35 ਤੱਕ ਜੀ, ਇਹ ਆਰਟੀਕਲ ਜਿਹੜੇ ਇਹ ਸਾਡੇ ਫੰਡਾਮੈਂਟਲ ਰਾਈਟਸ ਜੀ। ਉਹਦੇ ਵਿੱਚ ਇਹਨਾਂ ਐਪਲੀਕੇਸ਼ਨ ਲਾਈ ਸੀ, ਜਿਹੜਾ ਸੁਪਰੀਮ ਕੋਰਟ ਨੇ ਅੱਜ ਕੋਰੇ ਲੱਖੇ ਵਰਗਾ ਜਵਾਬ ਦਿੱਤਾ ਵਾ। ਲੇਕਿਨ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੋਏਗਾ ਕਿ ਕਈ ਕੇਸ ਸੁਪਰੀਮ ਕੋਰਟ ਸੁਣ ਚੁੱਕੀ ਹੈ ਤੇ ਰਾਹ ਦੇ ਚੁੱਕੀ ਹੈ ਜੀ। ਇਹਦਾ ਮਤਲਬ ਲੀਜ਼ਾ ਗਿੱਲ ਦੀ ਜਿਹੜੀ ਜੱਜਮੈਂਟ ਉਹਨਾਂ ਨੇ ਵੀ ਪੜ੍ਹੀ ਹੈ ਜੀ। ਇਸ ਕਰਕੇ ਇਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਦਿਨ ਪ੍ਰਤੀ ਦਿਨ ਵੱਧ ਰਹੀਆਂ ਨੇ। ਤੇ ਜਦੋਂ ਇਹ 16 ਮਾਰਚ ਨੂੰ ਵੇਖੋ, 16 ਮਾਰਚ ਨੂੰ ਭਗਵੰਤ ਮਾਨ ਹੋਰੀ ਜਿਹੜੀ ਆ ਉਹ ਮੁੱਖ ਮੰਤਰੀ ਦਾ ਅਹੁਦਾ ਸੰਭਾਲਦੇ।
ਤੇ 20 ਮਾਰਚ ਨੂੰ ਇਹਨਾਂ ਦੀ ਸਿੱਟ ਚੇਂਜ ਕੀਤੀ ਜਾਂਦੀ ਹੈ। ਅੱਛਾ ਜੀ। ਜਿਹੜਾ ਪਹਿਲਾਂ ਐਸਪੀ ਬਲਰਾਜ ਸਿੰਘ ਸੀ ਉਹਨੇ ਕਹਿਤਾ ਸੀ ਸਾਨੂੰ ਮਜੀਠੇ ਕੋਲੋਂ ਕੋਈ ਪੁੱਛ ਪੜਤਾਲ ਦੀ ਲੋੜ ਨਹੀਂ। ਉਹਨਾਂ ਨੇ ਉੱਥੇ ਕੋਰਟ 'ਚ ਘੰਟੇ 10 ਮਿੰਟ ਗੱਲਬਾਤ ਕਰਕੇ ਕਿ ਜਾਓ ਜੀ ਤੁਸੀਂ, ਲੋੜ ਨਹੀਂ ਹੈਗੀ। ਉਹਨਾਂ ਕੀਤਾ ਕੁਛ ਨਹੀਂ। ਹੁਣ ਗੁਰਸ਼ਰਨ ਸਿੰਘ ਸੰਧੂ IG ਨੇ ਉਹਨਾਂ ਦੀ ਨਿਗਰਾਨੀ ਜਿਹੜੀ ਸਿੱਟ ਬਣੀ ਆ ਉਹ ਕੀ ਕਾਰਵਾਈ ਕਰਦੀ ਆ ਇਹ ਤੇ ਜੇ ਭਵਿੱਖ ਦੀ ਬੁੱਕਲ ਛੁਪਿਆ। ਲੇਕਿਨ ਮਜੀਠੀਆ ਸਾਹਿਬ ਦੀਆਂ ਜਿਹੜੀਆਂ ਮੁਸ਼ਕਲਾਂ ਦਿਨ ਪ੍ਰਤੀ ਦਿਨ ਵੱਧਦੀਆਂ ਜਾ ਰਹੀਆਂ ਵਾ। ਇੱਥੋਂ ਤੱਕ ਇਹ ਕਪਲ ਸਿੰਬਲ ਨੇ ਇਹ ਵੀ ਕਿਹਾ ਵੀ ਜਿਹੜਾ ਸਾਡਾ ਕਲਾਇੰਟ ਆ ਜੀ ਇਸ ਬੰਦੇ ਨੂੰ ਬੜੀ ਛੋਟੀ ਕੋਠੀ 'ਚ ਰੱਖਿਆ ਜਾ ਰਿਹਾ। ਅੱਛਾ ਜੀ। ਉੱਥੇ ਤਸ਼ੱਦਦ ਕੀਤਾ ਉਹਨਾਂ ਯਾਰ ਤੁਹਾਨੂੰ ਕਹਿਤਾ ਤੁਸੀਂ ਹਾਈ ਕੋਰਟ ਜਾਓ, ਡਬਲ ਬੈਂਚ ਕੋਲ ਜਾਓ, ਜਿਹੜੀ ਫਰਿਆਦ ਸਾਡੇ ਕੋਲ ਕਰਦੇ ਜਾ ਕੇ ਉੱਥੇ ਕੋਲ ਤੁਹਾਨੂੰ ਉੱਥੋਂ ਰਾਤ ਨੂੰ ਮਿਲਦੀ ਤੇ ਠੀਕ ਨਹੀਂ ਮਿਲਦੀ ਤੇ ਫਿਰ ਸੋਚਣਾ ਕਿ ਕੀ ਕਰਨਾ ਆਪਾਂ। ਇਸ ਕਰਕੇ ਬਿਕਰਮ ਸਿੰਘ ਮਜੀਠੀਆ ਦੀਆਂ ਜਿਹੜੀਆਂ ਵਾ ਉਹ ਹਾਲ ਦੀ ਕਿਹੜੀਆਂ ਮੁਸ਼ਕਲਾਂ ਜਿਹੜੀਆਂ ਵੱਧਦੀਆਂ ਜਾ ਰਹੀਆਂ ਨੇ। ਆਉਣ ਵਾਲੇ ਸਮੇਂ 'ਚ ਵੇਖੋ ਕੀ ਬਣਦਾ ਕੀ ਨਹੀਂ ਬਣਦਾ ਜੀ। ਸੋ ਇਹ ਮੇਰੇ ਨਾਲ ਇਸ ਵਕਤ ਨੇ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਤੇ ਅਗਲੀ ਖਬਰ ਕਰਦੇ ਹਾਂ ਜੀ ਭਾਜਪਾ ਦੇ ਆਗੂ ਜਗਮੋਹਨ ਸਿੰਘ ਰਾਜੂ ਹੋਰਾਂ ਬਾਰੇ। ਕਹਿੰਦੇ ਉਹਨਾਂ ਨੇ ਕੇਜਰੀਵਾਲ ਦੇ ਖਿਲਾਫ ਦੇਸ਼ ਧਰੋਹ ਦੇ ਮੁਕੱਦਮੇ ਦਰਜ ਕਰਨ ਦੀ ਦਰਖਾਸਤ ਦੇ ਦਿੱਤੀ ਹੈ ਜੀ। ਕਿਉਂ ਦੇ ਦਿੱਤੀ ਹੈ? ਇੱਕ ਛੋਟਾ ਜਿਹਾ ਬੰਦਾ ਤਜਿੰਦਰਪਾਲ ਸਿੰਘ ਬੱਗਾ ਜੀ, ਜਿਹੜਾ ਆਪਣੇ ਵਾਸਤੇ ਸਿਆਸੀ ਜ਼ਮੀਨ ਭਾਲਦਾ ਉਹਨੂੰ ਕਦੀ ਪਤਾ ਹੀ ਨਹੀਂ ਸੀ ਮੇਰੀ ਇੱਕ ਰਾਤ ਕਿਸਮਤ ਜਾਗ ਗਈ। ਅੱਜ ਤਜਿੰਦਰਪਾਲ ਸਿੰਘ ਬੱਗਾ ਦੀ ਮਸ਼ਹੂਰੀ ਪੂਰੀ ਦੁਨੀਆ 'ਚ ਹੋ ਗਈ ਆ ਤੇ ਅੱਜ ਵੀ ਉਹਨੂੰ ਕੋਰਟ ਨੇ ਰਾਹ ਦੇ ਜੀ। ਉੱਤੇ ਆਪਾਂ ਬਾਅਦ 'ਚ ਗੱਲ ਕਰਦੇ, ਪਹਿਲਾਂ ਇਹ ਗੱਲ ਕਰੀਏ। ਜਿਹੜੇ ਡਾਕਟਰ ਜਗਮੋਹਨ ਸਿੰਘ ਰਾਜੂ ਸਾਬਕਾ IAS ਅਫਸਰ ਆ ਉਹ ਅੰਮ੍ਰਿਤਸਰ ਵਿਧਾਨ ਸਭਾ ਪੂਰਬੀ ਤੋਂ ਸਿੱਧੂ ਤੇ ਮਜੀਠੀਏ ਦੇ ਖਿਲਾਫ ਕੈਂਡੀਡੇਟ ਸੀ ਭਾਜਪਾ ਜੀ। ਬੜੀ ਬੁਰੀ ਤਰ੍ਹਾਂ ਹਾਰੇ ਸੀ। ਹੁਣ ਉਹ ਆਪਣੀ ਹੋਂਦ ਦਾ ਪ੍ਰਗਟਾਵਾ ਕਰਨ ਵਾਸਤੇ ਕੁਛ ਨਾ ਕੁਛ ਕਰਨ ਤੇ ਪਤਾ ਲੱਗੂਗਾ ਨਾ ਸੈਂਟਰ ਵਿੱਚ ਕੋਈ ਬੰਦਾ ਇੱਥੇ ਕੰਮ ਕਰ ਰਿਹਾ ਜੀ ਜੀ। ਉਹਨਾਂ ਨੇ ਇੱਕ ਮੁਹਾਲੀ ਦੀ ਥਾਣੇ ਦੇ ਵਿੱਚ ਇੱਕ ਦਰਖਾਸਤ ਦਿੱਤੀ ਆ ਵੀ ਇਹਨਾਂ ਦੇ ਦੇਸ਼ ਧਰੋਹ ਦੇ ਦੋਸ਼ ਲਾਏ ਸੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਕੇਜਰੀਵਾਲ ਆਪ ਦੇਸ਼ ਧਰੋਹ ਜੀ। ਇਹਦੇ ਖਿਲਾਫ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਜਾਵੇ ਕਿਉਂਕਿ ਇਹਨੇ ਗਲਤ ਇਲਜ਼ਾਮ ਲਾਏ ਸੀ ਪ੍ਰਧਾਨ ਮੰਤਰੀ। ਹੁਣ ਉੱਥੇ ਪਰਚਾ ਦਰਜ ਹੁੰਦਾ ਕਿ ਨਹੀਂ ਹੁੰਦਾ। ਹੁਣ ਇਹੀ ਗੱਲ ਵੇਖਣ ਰਾਜੂ ਕਹਿ ਰਿਹਾ ਜੀ ਕਿ ਬੱਗੇ ਦੇ ਉੱਤੇ ਤੁਸੀਂ ਪਰਚਾ ਦਰਜ ਕਰਤਾ, ਕੋਰਟ ਨੇ ਦੇ ਦਿੱਤੀ ਤੁਹਾਨੂੰ ਬਕਾਇਦਾ ਤੌਰ ਤੇ ਰੱਦ ਫਾਈਲ ਹੋ ਜਾ ਕੇ ਕੋਈ ਗੱਲ ਨਹੀਂ। ਹੁਣ ਜਿਹੜੀਆਂ ਗਲਤੀਆਂ ਜਿਹੜੀਆਂ ਗੱਲਾਂ ਇਹਨੇ ਕੀਤੀਆਂ ਕੇਜਰੀਵਾਲ ਨੇ ਹੁਣ ਪਰਚਾ ਕੋਈ ਦਰਜ ਕਰਦੇ ਤੁਸੀਂ। ਹੁਣ ਪਰਚਾ ਦਰਜ ਕਰੋ ਉੱਤੇ ਜੀ। ਹੁਣ ਰਾਜੂ ਨੇ ਜਿਹੜਾ ਐਪਲੀਕੇਸ਼ਨ ਦਿੱਤੀ ਆ ਉਹਦੇ ਵਿੱਚ ਇੱਕ ਬੜਾ ਆਪਣੇ ਪ੍ਰੋਫੈਸਰ ਖੋਂਦਾ ਉਹ ਲੰਮੇ ਚੌੜੇ ਆਰਟੀਕਲ ਲਿਖੀ ਜਾਂਦਾ ਜਿਵੇਂ ਮੈਂ ਸੋਚਦਾ ਵੀ ਉਹਦੇ ਆਰਟੀਕਲ ਨੇ ਸਭ ਕੁਛ ਕਰ ਦੇਣਾ ਹੁੰਦਾ। ਆਰਟੀਕਲ ਦੀ FIR ਬਣ ਜਾਣੀ ਹੁੰਦੀ ਹੈ ਜੀ। ਜਿਹੜਾ ਬੰਦਾ ਕਿਸੇ ਵੇਲੇ ਖਾਲਿਸਤਾਨ ਦਾ ਮਦਈ ਰਿਹਾ ਹੋਵੇ, ਜਿਹੜਾ ਕਿਸੇ ਵੇਲੇ ਮਜੀਠੀਏ ਦਾ ਸਿਪਾਹ ਸਲਾਰ ਰਿਹਾ ਹੋਵੇ ਜੀ, ਅੱਜ ਕੱਲ ਮੁੜ ਕੇ ਉਹ ਕਾਂਗਰਸ 'ਚ ਗਿਆ, ਮੁੜ ਕੇ ਭਾਜਪਾ 'ਚ ਗਿਆ, ਹੋਗਾ ਆਪਣੇ ਕਿੱਥੇ ਜਾਣਾ। ਆਰਟੀਕਲ ਲਿਖੀ ਜਾਂਦਾ ਵੱਡੇ ਵੱਡੇ ਵੇਖੋ ਜੀ ਰਾਜੂ ਨੇ ਆ ਕਰਤਾ, ਰਾਜੂ ਨੇ ਕੁਛ ਨਹੀਂ ਕੀਤਾ। ਇੱਕ ਐਪਲੀਕੇਸ਼ਨ ਸਿੰਪਲ ਦਿੱਤੀ ਹੈ, ਸਿਰਫ ਉਹਨੂੰ ਹਵਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਛ ਅਖਬਾਰਾਂ ਜਿਹੜੀਆਂ ਸਾਡੀਆਂ ਨੇ ਜੀ ਜਿਹੜੀਆਂ ਕਹਿ ਕੇ ਮੰਗਾਉਂਦੀਆਂ ਵੀ ਫਲਾਣੇ ਬੰਦੇ ਦਾ ਬਿਆਨ ਭੇਜੋ ਅਸੀਂ ਛਾਪਣਾ, ਜਿਨ੍ਹਾਂ ਦੀ ਤੁਹਾਨੂੰ ਪਤਾ BJP ਚੰਗੀ ਸੁਣਵਾਈ ਹੈਗੀ ਹੈ ਜੀ। ਹੁਣ ਰਾਜੂ ਨੇ ਦੇਤੀ ਐਪਲੀਕੇਸ਼ਨ, ਉੱਥੇ ਕਹਿੰਦੇ ਪਰਚਾ ਦਰਜ ਕਰੋ, ਕਹਿੰਦੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਤੇ ਪਰਚਾ ਕਿੱਥੋਂ ਕੇਜਰੀਵਾਲ ਦੇ ਖਿਲਾਫ ਦਰਜ ਹੋਣਾ ਵਾ ਜੀ। ਕਿਉਂਕਿ ਜਿਹੜੀਆਂ 2-3 ਘਟਨਾਵਾਂ ਵਾਪਰੀਆਂ ਨੇ, ਇੱਕ ਘਟਨਾ ਵਾਪਰੀ ਪਟਿਆਲੇ ਦੀ, ਇੱਕ ਬੱਗੇ ਵਾਲੀ ਤੇ 1-2 ਘਟਨਾਵਾਂ ਜਿਹੜੀਆਂ ਹੋਰ ਵਾਪਰ ਗਈਆਂ ਨੇ ਪੰਜਾਬ ਦੇ ਵਿੱਚ, ਉਹਨਾਂ ਨੂੰ ਲੈ ਕੇ ਇੱਥੋਂ ਦਾ ਜਰਨੈਲ ਜਿਹੜਾ ਵਾ ਕੇਜਰੀਵਾਲ ਸਾਹਿਬ ਨੇ ਬਦਲਤਾ। ਅੱਗੇ ਪੰਜਾਬ ਦਾ ਜਰਨੈਲ ਬਣਾਇਆ ਸੀ ਰਾਘਵ ਚੱਡਾ ਜੀ। ਰਾਘਵ ਚੱਡਾ ਹੋਲੀ ਸੋਲੀ ਸੀ, ਜੋ ਕਹਿਤਾ ਸੋ ਹੋ ਗਿਆ। ਹੁਣ ਉਹਨੂੰ ਕਰਤਾ ਥੋੜਾ ਜਿਹਾ ਸਾਈਡ ਲੈਣ ਪਈ, ਤੂੰ ਇਹ ਕਾਕਾ ਛੋਟਾ ਵਾ, ਤੈਨੂੰ ਪਤਾ ਵੀ ਕਿਤੇ ਦਿੱਲੀ ਦੇ ਮਿਨਿਸਟਰ ਨੇ ਸਤਿੰਦਰ ਜੈਨ, ਉਹਨਾਂ ਨੂੰ ਕਿਹਾ ਭਾਈ ਜਾ ਕੇ ਕਮਾਂਡ ਸੰਭਾਲੋ, ਦੇਖੋ ਜਾ ਕੇ ਉੱਥੇ ਕੀ ਹੁੰਦਾ। ਹੁਣ ਸਤਿੰਦਰ ਜੈਨ ਨੂੰ ਕਦੋਂ ਆਉਂਦੇ ਆ, ਕੀ ਆ ਕੇ ਵਹਿੰਦੇ ਆ, ਕੀ ਕਰਦੇ ਆ, ਇਹ ਉਹਨਾਂ ਨੂੰ ਪਤਾ ਹੋਊਗਾ ਜੀ। ਲੇਕਿਨ ਕੇਜਰੀਵਾਲ ਸਾਹਿਬ ਨੂੰ ਜਦੋਂ ਪੁੱਛਿਆ ਗਿਆ ਕਿ ਤੁਹਾਨੂੰ ਪਤਾ ਜੀ ਬੱਗਾ ਕੌਣ, ਕਹਿੰਦਾ ਹੂਜ਼ ਬੱਗਾ। ਮੈਂ ਕਿ ਬੱਗਾ ਨਹੀਂ ਜਾਣਦਾ। ਇਹਦਾ ਮਤਲਬ ਕੇਜਰੀਵਾਲ ਸਾਹਿਬ ਇਹ ਕਹਿੰਦੇ ਆ ਵੀ ਮੈਂ ਕੁਛ ਨਹੀਂ ਕੀਤਾ। ਸੰਨੀ ਆਲੂਵਾਲੀਆ ਦੀ ਜਿਹੜੀ ਦਿੱਤੀ ਸੀ ਐਪਲੀਕੇਸ਼ਨ, ਉਹਦੇ ਤੇ ਹਫ਼ਤੇ FIR ਦਰਜ ਹੋਈ। ਵੇਖੋ ਜਾਣੇ ਵਾਲੇ ਸ਼ੁਰੂ ਹੋ ਗਏ ਆ ਜੀ। ਚਲੋ ਇਹ ਪੁਲਿਸ ਵਾਪਸ ਆ ਗਈ ਜਿੱਦਾਂ ਵੀ ਹੈਗਾ ਸੀ। ਪਹਿਲੀ ਗੱਲ ਤੇ ਸਾਰੀਆਂ ਪੁਲਿਸ ਗਲਤ ਸੀ ਜੀ।
ਇਹ ਗਿਆ ਸੀ ਜੇ ਬੰਦਾ ਫੜਿਆ ਸੀ ਉਹਨੂੰ ਉੱਥੇ ਲੋਕਲ ਕੋਰਟ ਪ੍ਰੋਡਿਊਸ ਕਰੇ ਤੇ ਲੈ ਕੇ ਉੱਥੇ ਟ੍ਰਾਂਜ਼ਿਟ ਦਾ ਰਿਮਾਂਡ ਲਵੇ। ਜੇ ਉਹ ਲੈਂਦੇ ਤੇ ਸ਼ਾਇਦ ਅਰੈਸਟ ਨੂੰ ਘੇਰਦਾ ਹੀ ਕੋਈ ਨਾ, ਕਿ ਅਦਾਲਤ ਦੇ ਆਰਡਰ ਹੋਣੇ ਸੀ। ਹੁਣ ਘੇਰੇ ਗਏ ਜਿਹੜੀ ਹਰਿਆਣਾ ਪੁਲਿਸ ਜੀ, ਉਹਨੇ ਆਊਟ ਆਫ ਵੇ ਜਾ ਕੇ ਉਹਨੂੰ ਘੇਰਿਆ ਜੀ। ਬਿਲਕੁਲ। ਉਧਰੋਂ ਉਹਨਾਂ ਕਿਡਨੈਪ ਦਾ ਪਰਚਾ ਦਰਜ ਕਰ ਦਿੱਤਾ ਦਿੱਲੀ ਪੁਲਿਸ ਨੇ। ਜੇ ਦਿੱਲੀ ਪੁਲਿਸ ਨੇ ਕਿਡਨੈਪ ਦਾ ਪਰਚਾ ਕੀਤਾ ਫਿਰ ਬੰਦੇ ਅਰੈਸਟ ਕਿਉਂ ਨਹੀਂ ਕੀਤੇ? ਹਾਂ ਬਿਲਕੁਲ। ਉਹ ਕਿਉਂ ਜਾਣ ਦਿੱਤੇ? ਫਿਰ ਉਹ ਕਿਉਂ ਜਾਣ ਦਿੱਤੇ? ਗੱਲ ਸਿਆਣੀ ਹੈ ਤੁਹਾਡੀ। ਇਹਦਾ ਮਤਲਬ ਪਹਿਲਾਂ ਪੰਜਾਬ ਪੁਲਿਸ ਨੇ ਗਲਤ ਪਰਚਾ ਦਰਜ ਕੀਤਾ, ਮੁੜ ਕੇ ਦਿੱਲੀ ਪੁਲਿਸ ਨੇ ਗਲਤ ਕੀਤਾ, ਹਰਿਆਣਾ ਪੁਲਿਸ ਨੇ ਗਲਤ ਰੋਕਿਆ ਉਹਨਾਂ ਨੂੰ, ਤੇ ਤਿੰਨੇ ਸਟੇਟਾਂ ਦੀਆਂ ਪੁਲਿਸ ਜਿਹੜੀ ਹੈ ਨਾ ਉਹ ਆਪਸ ਵਿੱਚ ਟਕਰਾ ਗਈ ਜੀ। ਇਹ ਮੰਦਭਾਗੀ ਗੱਲ ਹੈ ਜੀ, ਇਹ ਨਹੀਂ ਹੋਣਾ ਚਾਹੀਦਾ। ਇਹ ਜਿਹੜੀ ਆਉਣ ਵਾਲੇ ਸਮੇਂ 'ਚ ਪੁਲਿਸ ਦੇ ਕਿਰਦਾਰ ਤੇ ਜਿਹੜਾ ਕਈ ਪ੍ਰਕਾਰ ਦੇ ਜਿਹੜੇ ਉਹ ਚਿੰਨ੍ਹ ਲਗਾਏਗੀ। ਤੇ ਹੁਣ ਵੇਖੋ ਰਾਜੂ ਰਾਮ ਨੂੰ ਦੀ ਕਾਮਯਾਬੀ ਮਿਲਦੀ ਕਿ ਨਹੀਂ ਮਿਲਦੀ ਉਹ ਤੇ ਬਾਅਦ ਦੀ ਗੱਲ ਆ। ਲੇਕਿਨ ਤੁਹਾਨੂੰ ਪਤਾ ਇਹੋ ਜਿਹੇ ਸਿੱਪਾ ਸੋਰ ਆਪਣੀ ਹੋਂਦ ਦਾ ਪ੍ਰਗਟਾਵਾ ਕਰਨ ਵਾਸਤੇ ਜੇ ਪ੍ਰਧਾਨ ਮੰਤਰੀ ਦੇ ਹੱਕ 'ਚ ਕੋਈ ਗੱਲ ਕਰੋਗੇ ਤੇ ਫਿਰ ਤੁਹਾਡੀ ਸੁਣਾਈ ਹੋਊਗੀ। ਹਾਂ ਬਿਲਕੁਲ ਬਿਲਕੁਲ ਜੀ ਜੀ ਜੀ। ਸੁਣਵਾਈਆਂ ਤਾਂ ਦੇਖੋ ਹੁਣ ਕੀ ਬਣਦੀਆਂ ਹੈ ਜੀ। ਤੇ ਹੁਣ ਆਪਾਂ ਜਿਵੇਂ ਤੁਸੀਂ ਦੱਸ ਹੀ ਦਿੱਤਾ ਵੀ ਬੱਗੇ ਦੀ ਗ੍ਰਿਫਤਾਰੀ ਤੇ ਰੋਕ ਲਾ ਦਿੱਤੀ ਹੈ ਤੇ ਕਹਿੰਦੇ ਘਰ ਜਾ ਕੇ ਪੁੱਛ ਪੜਤਾਲ ਕਰਨੀ ਪਊਗੀ। ਹੁਣ ਬੱਗੇ ਦੀ ਉਹਨਾਂ ਨੇ ਅੱਜ ਅਦਾਲਤ ਤੇ ਇੰਨੀ ਗੱਲ ਕਹੀ, ਸੁਣਵਾਈ ਹੋਈ, ਉਹਨਾਂ ਕਿਹਾ ਵੀ 5 ਜੁਲਾਈ ਤੱਕ ਇਹਦੀ ਗ੍ਰਿਫਤਾਰੀ ਤੇ ਰੋਕ ਲਈ ਜਾਵੇ ਜੀ। ਅਗਲੀ ਸੁਣਵਾਈ 6 ਜੁਲਾਈ ਨੂੰ ਹੋਏਗੀ। ਉਹਦੇ ਵਿੱਚ ਇਹਨਾਂ ਪੁਲਿਸ ਨੂੰ ਕਹਿਤਾ ਕਿ ਤੁਸੀਂ ਘਰ ਜਾ ਕੇ ਉਹਦੀ 1 ਘੰਟਾ ਸਿਰਫ ਜੀ ਉਹਦੇ ਵਕੀਲ ਦੀ ਹਾਜ਼ਰੀ ਵਿੱਚ ਪੁੱਛ ਪੜਤਾਲ ਕਰ ਸਕਦੇ, ਘਰ ਜਾ ਕੇ ਤੁਸੀਂ ਥਾਣੇ ਜਾ ਸਕਦੇ ਹੋ ਜੀ। ਤੇ 3 ਬੰਦਿਆਂ ਤੋਂ ਵੱਧ ਤੁਸੀਂ ਜਾ ਨਹੀਂ ਸਕਦੇ ਹੋ। ਜੇ ਇੰਨੀਆਂ ਰਿਸਟ੍ਰਿਕਸ਼ਨ ਲਾਤੀਆਂ ਪੁਲਿਸ ਦੇ ਉੱਤੇ ਕੋਰਟ ਤੇ ਫਿਰ ਪੁੱਛ ਪੜਤਾਲ ਉਹਨਾਂ ਦੀ ਹੁੰਦੇ ਕੀ ਕਰਨੀ ਉੱਥੇ ਜੀ। 2 ਵਾਰੀ ਤੁਸੀਂ ਪੁੱਛ ਪੜਤਾਲ ਕਰ ਸਕਦੇ ਹੋ 5 ਜੁਲਾਈ ਤੱਕ ਜੀ, ਜਦੋਂ ਮਰਜ਼ੀ ਕਰ ਲਓ। ਉਹਨਾਂ ਨੂੰ ਇੰਟੀਮੇਸ਼ਨ ਦੇ ਕੇ ਕਹਿ ਦਿਓ ਵੀ ਅਸੀਂ ਆ ਰਹੇ, ਅੱਜ ਆ ਰਹੇ ਸੀ ਪੁੱਛ ਪੜਤਾਲ ਕਰਨੀ, ਉਹ ਘਰੇ ਰਵੇ। 1 ਘੰਟਾ ਪੁੱਛ ਪੜਤਾਲ ਕਰਨੀ, ਜਦੋਂ ਵਕੀਲ ਕੋਲ ਬੈਠਾ ਸਾਰੇ ਕੋਲ ਬੈਠੇ ਕਾਹਦੀ ਪੁੱਛ ਪੜਤਾਲ ਹੋਣੀ? ਇਹ ਤੇ ਇੱਕ ਫਾਰਮੈਲਿਟੀਆਂ ਪੂਰੀਆਂ ਕੀਤੀਆਂ ਜਾ ਰਹੀਆਂ। ਬੜੇ ਅਫਸੋਸ ਦੀ ਗੱਲ ਜੀ। ਜੇ ਕਿਤੇ ਸਾਡੀ ਮੋਹਾਲੀ ਦੀ ਅਦਾਲਤ ਤੇ ਇੱਕ ਦੇਤਾ ਵੀ ਤੁਸੀਂ ਇਹਨੂੰ ਗ੍ਰਿਫਤਾਰ ਦੀ ਰਾਤ ਕਰਨ ਦਿੱਤੇ, ਉਹਨੂੰ ਆਰਡਰ ਕਰਤੇ ਤੇ ਰਾਤ ਹਾਈ ਕੋਰਟ ਖੋਲਦੀ ਇੱਕ ਛੋਟੇ ਜਿਹੇ ਬੰਦੇ ਵਾਸਤੇ। ਰਾਤ ਦੇ 12 ਵਜੇ ਹਾਈ ਕੋਰਟ ਖੋਲਦੀ ਹੈ ਤੇ ਹਾਈ ਕੋਰਟ ਉਸ ਆਰਡਰ ਨੂੰ ਸਟੇ ਕਰਦੀ ਹੈ। ਦੱਸੋ ਕਿ 10 ਮਈ ਤੱਕ ਸਟੇ ਕੀਤਾ ਜਾਂਦਾ। ਆਮ ਆਦਮੀ ਵਾਸਤੇ ਦਿਨੇ ਹਾਈ ਕੋਰਟ ਬੰਦ ਹੁੰਦੀ ਹੈ ਜੀ। ਅੱਜ ਦੀ ਡੇਟ ਦੇ ਵਿੱਚ ਤੁਸੀਂ ਵੇਖ ਲਓ ਵੀ ਮੈਂ ਇਹ ਮਹਿਸੂਸ ਕੀਤਾ, ਪਿੱਛੇ ਜੇ ਜਸਟਿਸ ਜੈਨ ਨੇ ਗੱਲ ਵੀ ਕੀਤੀ ਸੀਗੀ ਕਿ 50% ਲੋਕ ਜੇਲ੍ਹਾਂ 'ਚ ਉਹ ਬੈਠੇ ਜਿਨ੍ਹਾਂ ਦੇ ਕੋਈ ਵਾਲੀਵਾਰ 'ਚ ਹੈ ਨਹੀਂ ਜੀ, ਕੋਈ ਉਹਨਾਂ ਦੀ ਸੁਣਵਾਈ ਨਹੀਂ ਕਰ ਸਕਦਾ, ਕੋਈ ਉਹਨਾਂ ਲਈ ਕੋਈ ਸੁਣਵਾਈ ਨਹੀਂ ਕਰ ਸਕਦਾ। ਇਹਨਾਂ ਦੀ ਤਾਂ ਜ਼ਮਾਨਤ ਲੈਣ ਵਾਲੇ ਵੀ ਹੈ ਨਹੀਂ ਜਿਨ੍ਹਾਂ ਦੀਆਂ ਜ਼ਮਾਨਤਾਂ ਹੋ ਗਈਆਂ। ਹੋਰ ਦੱਸੋ। ਬਿਲਕੁਲ ਬਿਲਕੁਲ। ਉਹਨਾਂ ਨੇ ਉਦੋਂ ਕੀਤਾ ਜਸਟਿਸ ਜੈਨ ਨੇ, ਉਹਨੇ ਕਿਹਾ ਸਾਰੀ ਪੜਤਾਲ ਕਰੋ। ਕਿਸੇ ਦੋ ਬੋਤਲਾਂ ਸ਼ਰਾਬ ਦੀਆਂ ਕਿਸੇ ਪਾ ਕੇ ਅੰਦਰ ਕਰਤਾ, ਉਹਦਾ ਪਿੱਛੇ ਵਾਲੀਵਾਰ 'ਚ ਕੋਈ ਨੂੰ ਜੇਲ੍ਹ 'ਚ ਬੈਠਾ 5 ਸਾਲ ਹੋ ਗਏ। ਤੇ ਉਹਦੀ 5 ਮਹੀਨੇ ਕੈਦ ਨਹੀਂ, 5 ਸਾਲ ਕੱਟ ਕੇ ਕਿਉਂ ਆਇਆ ਸੀ ਉਹਨੂੰ? ਤੁਸੀਂ ਛੱਡ ਦਿਓ ਇਹਨੂੰ। ਉਦੋਂ ਜਸਟਿਸ ਜੈਨ ਨੇ ਛਡਾਏ ਸੀ, ਕਾਫੀ ਬੰਦੇ ਛਡਾਏ ਸੀ। ਤੇ ਹੁਣ ਫਿਰ ਉਹੀ ਹਾਲ ਉੱਥੇ ਬੰਦੇ ਬੈਠੇ ਨੇ। ਅੰਮ੍ਰਿਤਸਰ ਦੇ ਵਿੱਚ ਇੱਕ ਬੀਬੀ ਆ, ਪਹਿਲਾਂ ਉਹਦਾ ਛੋਟਾ ਪੁੱਤਰ ਨਸ਼ਾ 'ਚ ਮਾਰਿਆ ਗਿਆ ਜੀ, ਮੁੜ ਕੇ ਉਹਦਾ ਪਤੀ ਮਾਰਿਆ ਗਿਆ, ਮੁੜ ਕੇ ਵੱਡਾ ਪੁੱਤਰ ਨਸ਼ਿਆਂ 'ਚ ਪੈ ਗਿਆ ਤੇ ਨਸ਼ਿਆਂ 'ਚ ਪੈਂਚ ਫੜਿਆ ਗਿਆ ਤੇ ਜੇਲ੍ਹ ਚਲਾ ਗਿਆ ਜੀ। ਤੇ ਜੇਲ੍ਹ ਦੇ ਵਿੱਚ ਉਹ ਕੈਂਸਰ ਦਾ, ਏਡਜ਼ ਦਾ, ਇਹ ਸਾਰੇ ਪ੍ਰਸ਼ਾਦ ਲੈ ਕੇ ਆਇਆ। ਜਦੋਂ ਜ਼ਬਾਨ ਧੋਈ, ਜ਼ਬਾਨ ਧੋਣ ਤੋਂ ਘਰ ਆ ਕੇ ਚੌਥੇ ਦਿਨ ਦੀ ਡੈਥ ਹੋ ਗਈ ਤੇ ਘਰ ਦਾ ਘਰ ਉਜੜ ਗਿਆ। ਜਿਸ ਘਰ ਦੇ ਵਿੱਚ 3 ਲਾਸ਼ਾਂ ਉੱਠ ਜਾਣ ਦੇ ਪੱਲੇ ਕਰਦੇ ਕਰੀਬ। ਬਿਲਕੁਲ ਬਿਲਕੁਲ। ਉਹ ਮਾਈ ਹੁਣ ਇਕੱਲੀ ਰਹਿ ਗਈ ਹੈ, ਉਹ ਕਿੱਦਾਂ ਆਪਣਾ ਗੁਜ਼ਾਰਾ ਕਰੂ ਇਹ ਕਿਸੇ ਨੂੰ ਕੋਈ ਪਤਾ ਨਹੀਂ। ਕੋਈ ਸਾਡੇ ਕੋਲ ਸਿਸਟਮ ਇਹੋ ਜਿਹਾ ਹੈ ਨਹੀਂ ਕਿ ਸਰਕਾਰ ਉਹਨਾਂ ਬਜ਼ੁਰਗਾਂ ਦੀ ਜਿਹੜੀ ਹਿਫਾਜ਼ਤ ਕਰੇ। ਹੁਣ ਲੋਕਾਂ ਦੇ ਰਹਿਮ ਤੇ ਜੇ ਰੋਟੀ ਮਿਲ ਗਈ ਤੇ ਖਾ ਲੂ, ਜੇ ਨਹੀਂ ਮਿਲੀ ਤੇ ਫਿਰ ਭੁੱਖੀ ਪਾਣੀ ਬੈਠੀ ਲੱਗੀ। ਹਾਂ ਬਿਲਕੁਲ। ਹੋਰ ਕੀ ਕਰ ਰਹੇ ਜੀ। ਤੇ ਪੰਜਾਬੀ ਯੂਨੀਵਰਸਿਟੀ 'ਚ ਵੀ ਕਹਿੰਦੇ ਕੋਈ ਭੂਤਾਂ ਵਾਲੇ ਕਾਲਜ ਹੈ ਜੀ। ਵੇਖੋ ਜਿਹੜੇ ਡਾਕਟਰ ਪ੍ਰੋਫੈਸਰ ਰਵਿੰਦਰ ਨੇ ਜੀ, ਇਹ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਆ, ਅੰਮ੍ਰਿਤਸਰ ਵੀ ਰਹੇ ਨੇ। ਇਹ ਜਦੋਂ ਛੋਟੇ ਹੁੰਦੇ ਸੀ ਤੇ ਇਹ ਪੜ੍ਹਦੇ ਬੜਾ ਸੀ ਜੀ। ਪੜ੍ਹਦੇ ਇੰਨਾ ਸੀ ਵੀ ਜਦੋਂ ਛੁੱਟੀਆਂ ਹੁੰਦੀਆਂ ਸੀ ਤੇ ਇਹ ਸਾਰਾ ਸਿਲੇਬਸ ਆਪਣਾ 2 ਮਹੀਨੇ ਪੜ੍ਹ ਕੇ ਵਿਹਲਾ ਕਰਦੇ ਤੇ ਆਪਣੇ ਫਾਦਰ ਕਹਿੰਦਾ ਹੁਣ ਦੱਸੋ ਮੈਂ ਕੀ ਪੜ੍ਹਾਂ। ਇਹਨਾਂ ਦੇ ਫਾਦਰ ਨੂੰ ਹੋਰ ਕਿਤਾਬਾਂ ਜਾ ਕੇ ਨਹੀਂ ਪੜ੍ਹ ਲਾ ਜੀ। ਇੰਨੇ ਕੁ ਪੜ੍ਹਦੇ ਸੀ ਤੇ ਅੱਜ ਉਹ ਵਾਈਸ ਚਾਂਸਲਰ। ਪੰਜਾਬੀ ਯੂਨੀਵਰਸਿਟੀ 'ਚ ਕਰੋੜਾਂ ਰੁਪਏ ਦੇ ਕਪਲੇ ਨੇ, ਕਰੋੜਾਂ ਰੁਪਏ ਜੀ। ਉਹ ਪੋਸਟ ਬੰਦੇ ਹੀ ਨਹੀਂ ਹੈਗੇ, ਤਨਖਾਹਾਂ ਨਹੀਂ ਜਾ ਰਹੀਆਂ ਨੇ।
ਉਹ ਪੋਸਟਾਂ ਨਹੀਂ ਗਈਆਂ, ਜਾਲੀ ਪੋਸਟਾਂ ਕਰਕੇ ਤਨਖਾਹਾਂ ਲਈਆਂ ਗਈਆਂ ਨੇ। ਤੇ ਜਦੋਂ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਸੀ ਤੇ ਸਾਡੇ ਜਨਮ ਦਿੱਲੀ ਤੋਂ ਇੱਕ ਸਰਦਾਰ ਜੀ ਸਨ, ਨਾਂ ਆਪਾਂ ਕੀ ਲੈਣਾ ਉਹਨਾਂ ਦਾ, ਡਾਕਟਰ ਸਾਹਿਬ ਸੇ ਵਾਈਸ ਚਾਂਸਲਰ ਸੀਗੀ ਜੀ, ਉਹਨੂੰ ਚੰਡੀਗੜ੍ਹ ਦੇ ਸੈਕਟਰੀਏਟ ਤੋਂ ਕਿਸੇ ਨੇ ਮਾੜੇ ਦਾ ਰੁਕਾ ਲਿਖ ਕੇ ਭੇਜਣ ਦਿਆ, ਬੰਦਾ ਫਲਾਣੀ ਪੋਸਟ ਭਰਤੀ ਕਰ ਲਓ। ਉਹਨਾਂ ਕੁਆਲੀਫਿਕੇਸ਼ਨ ਨਹੀਂ ਵੇਖੀ, ਉਹ ਪਰਚੀ ਵੇਖੀ, ਰੁਕਾ ਵੇਖਿਆ ਕਰ ਲਓ ਭਰਤੀ, ਓਵਰਲੋਡਿੰਗ ਕਰਤੀ। ਅੱਜ 150 ਕਰੋੜ ਦੀ ਯੂਨੀਵਰਸਿਟੀ ਕਰਜਾਈ ਹੈ। ਹੁਣ ਯੂਨੀਵਰਸਿਟੀ ਨੇ ਕੀ ਕੀਤਾ, ਇਹਨਾਂ ਅੱਗੇ ਪੜਤਾਲਾਂ ਸ਼ੁਰੂ ਕੀਤੀਆਂ। ਪੜਤਾਲਾਂ 'ਚ ਬੜਾ ਕੁਛ ਲੱਭ ਰਿਹਾ ਜੀ। ਇਹਨਾਂ ਨੇ ਕੁਛ ਕਾਲਜ ਇਹੋ ਜਿਹੇ ਕੀਤੇ ਆ ਵੀ ਜਿਹੜੇ ਕਾਲਜ ਨਹੀਂ ਹੈਗੇ ਲੇਕਿਨ ਉੱਥੇ ਪ੍ਰੋਫੈਸਰ ਲੱਗੇ ਨੇ ਤੇ ਤਨਖਾਹਾਂ ਆ ਰਹੀਆਂ ਤੇ ਉਹਨਾਂ ਦੀ ਈਮੇਲ ਚੱਲ ਰਹੀ ਆ ਜੀ। ਇੱਕ ਕਾਲਜ ਆ, ਉਹਦੇ 2 ਕਮਰੇ ਆ, ਉੱਥੇ 4 ਬੰਦਿਆਂ ਦਾ ਸਟਾਫ ਈਮੇਲ ਤੇ ਕਹਿ ਰਿਹਾ ਜੀ ਇਹ ਟੌਪ ਦਾ ਕਾਲਜ ਹੈ, ਲੇਕਿਨ ਵਿਦਿਆਰਥੀ ਕੋਈ ਨਹੀਂ ਉੱਥੇ, ਤਨਖਾਹਾਂ ਮਿਲ ਰਹੀਆਂ ਨੇ ਜੀ। ਇਸੇ ਤਾਂ ਇੱਕ ਲਾ ਕਾਲਜ ਆ, ਲਾ ਕਾਲਜ ਦੇ ਵਿੱਚ ਵੀ ਕੋਈ ਵਿਦਿਆਰਥੀ ਨਹੀਂ। ਇਹਨਾਂ ਨੇ ਕਹਿਤਾ ਜੀ ਬੈਸਟ ਕਾਲਜ ਆਫ ਦੀ ਇੰਡੀਆ ਜੀ, ਵਿਦਿਆਰਥੀ ਕੋਈ ਹੈ ਹੀ ਨਹੀਂ, ਤਨਖਾਹਾਂ ਨਹੀਂ ਜਾ ਰਹੀਆਂ ਨੇ। ਇੱਕ ਸਪੋਰਟਸ ਕਾਲਜ ਆ, ਜਿਹੜੀ ਉਹਦੀ ਗਰਾਊਂਡ ਉੱਥੇ ਗੋੜੇ ਗੋੜੇ ਘਾਹ ਹੋ ਗਿਆ ਤੇ ਉਹ ਸਪੋਰਟਸ ਕਾਲਜ ਜੀ। ਇਸ ਕਰਕੇ ਕੋਈ 15-16 ਕਾਲਜਾਂ ਦੀ ਭਾਲ ਕੀਤੀ ਹੈ ਜਿਹੜੇ ਜਾਲੀ ਚੱਲ ਰਹੇ ਸੀ, ਜਾਲੀ ਪੈਸੇ ਲੈ ਰਹੇ ਸੀ, ਜਾਲੀ ਤਨਖਾਹਾਂ ਪਾਈ ਜਾ ਰਹੀਆਂ ਸੀਗੀਆਂ ਜੀ। ਚਾਹੀਦਾ ਤੇ ਉਹਨਾਂ ਦੇ ਖਿਲਾਫ ਕੋਈ 420 ਨਹੀਂ, ਉਹਨਾਂ ਦੇ ਦੇਸ਼ ਧਰੋਹ ਦੇ ਮੁਕੱਦਮੇ ਦਰਜ ਕੀਤੇ। ਫਿਰ ਗੱਲ ਬਣਦੀ ਹੈ ਜੇ ਪ੍ਰੋਫੈਸਰ ਅਰਵਿੰਦਰ ਨੇ ਇਹ ਕਾਰਵਾਈ ਕੀਤੀ ਹੈ, ਉਹਦੀ ਸ਼ਲਾਘਾਯੋਗ ਆ। ਤੇ ਉਹਨਾਂ ਨੇ ਨਾਂ ਦਿੱਤਾ ਵਾ ਕਾਲਜ ਆਫ ਗੋਸਟ ਜੀ, ਭੂਤਾਂ ਵਾਲੇ ਕਾਲਜ, ਜਿੱਥੇ ਭੂਤ ਵਸਦੇ, ਬੰਦਾ ਕੋਈ ਨਹੀਂ ਹੈਗਾ ਜੀ। ਬਸ ਆਈ ਆ ਜੀ, ਭੂਤਾਂ ਬੜੇ ਥਾਂ ਤੇ ਆ, ਭੂਤਾਂ ਵਾਲੇ ਕਾਲਜ ਲੱਭਣੇ ਹੋਣ। ਤੁਸੀਂ ਜਿਹੜੇ ਸਰਕਾਰਾਂ ਨੇ ITI ਬਣਾਏ ਨੇ, ਕਈ ਹਸਪਤਾਲ ਬਣਾਤੇ, ਉੱਥੇ ਇੱਕ ਵੀ ਨਹੀਂ ਪੁੱਜਾ। ਲੋਕ ਖਿੜਕੀਆਂ ਟੂਟੀਆਂ ਪੱਟ ਕੇ ਲੈ ਗਏ। ਇਮਾਰਤਾਂ ਖੜੀਆਂ ਕਰਨ ਨਾਲ ਨਹੀਂ ਨਾ ਕਾਲਜ ਬਣਦੇ। ਬਿਲਕੁਲ ਜੀ, ਬਿਲਕੁਲ। ਤੇ ਕਹਿੰਦੇ ਹੁਣ ਗੁਜਰਾਤ ਨੇ ਕਹਿੰਦੇ ਭਾਰਤ ਦੇ ਉੱਤੇ ਰਾਜ ਕਰਨ ਦਾ ਪੂਰਾ ਮਨ ਬਣਾ ਲਿਆ। ਕਹਿੰਦੇ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਦੀ ਉਮੀਦਵਾਰ ਵੀ ਗੁਜਰਾਤ ਤੋਂ ਹੋ ਸਕਦੀ ਹੈ। ਇਹ ਪਰਸੋਂ ਚੌਥ ਇੱਕ ਮੈਂ ਕਿਹਾ ਪੰਜਾਬ ਕੇਸਰੀ ਜੀ ਕਿਹੜੀ ਅਖਬਾਰ 'ਚ ਖਬਰ ਸੀ, ਆਨੰਦੀ ਬੈਨ ਜਿਹੜੀ ਜਦੋਂ ਉੱਥੋਂ ਆਏ ਨੇ ਮੋਦੀ ਸਾਹਿਬ ਛੱਡ ਕੇ, ਉਹਨੂੰ ਆਪਣੀ ਗੱਦੀ ਦੇ ਕੇ ਆਇਆ ਸੀ ਮੁੱਖ ਮੰਤਰੀ ਜੀ। ਨੰਦੀ ਬੈਨ 1941 ਦੀ ਜੰਮ ਪਲਿਆ ਤੇ ਇਹਦੇ ਹਸਬੈਂਡ ਪ੍ਰੋਫੈਸਰ ਸੀ। 1962 ਦੀ ਸ਼ਾਦੀ ਹੁੰਦੀ ਤੇ 2 ਬੱਚੇ ਇਹਦੇ ਜੀ। ਔਰ ਇੱਕ ਕਾਲਜ ਦੀ ਪ੍ਰਿੰਸੀਪਲ ਰਹੀ ਅਹਿਮਦਾਬਾਦ ਦੇ ਵਿੱਚ। ਤੇ ਇਹ ਸਪੋਰਟਸ ਪਰਸਨ ਵੀ ਸੀਗੀ ਜੀ। ਸਪੋਰਟਸ ਪਰਸਨ ਹੋਣ ਤੇ ਇੱਕ ਵਾਰੀ 2 ਲੜਕੀਆਂ ਕਿਸੇ ਤਲਾਅ 'ਚ ਡੁੱਬ ਰਹੀਆਂ ਸੀ ਤੇ ਇਹ ਲੰਘ ਰਹੀ ਸੀ, ਇਹਨੇ ਛਾਲ ਮਾਰ ਕੇ 2 ਬੱਚੀਆਂ ਬਚੀਆਂ ਸੀ। ਉਦੋਂ ਇਹਨੂੰ ਰਾਸ਼ਟਰਪਤੀ ਅਵਾਰਡ ਮਿਲਿਆ ਸੀਗਾ ਨੰਦੀ ਬੈਨ। ਉਹ ਰਾਸ਼ਟਰਪਤੀ ਅਵਾਰਡ ਤੋਂ ਬਾਅਦ ਫਿਰ ਇਹ ਛਾ ਗਈ। ਫਿਰ ਪੋਲੀਟੀਕਲ ਬੰਦਿਆਂ ਸੋਚਿਆ ਵੀ ਚਲੋ ਇਹ ਕੁੜੀ ਦੀ ਹੋਣ ਆ ਰਿਹਾ, ਇਹਨੂੰ ਇਸ ਪਾਸੇ ਲੈ ਕੇ ਜੀ। 1987 ਦੇ ਵਿੱਚ ਆਪਣਾ ਨੇ ਸਫ਼ਰ ਸ਼ੁਰੂ ਹੋਇਆ, ਪੋਲੀਟੀਕਲ ਸ਼ੁਰੂ ਕੀਤਾ ਤੇ ਪਹੁੰਚਦੀ ਪਹਿਲਾਂ ਰਹੀ ਉੱਥੇ ਚੀਫ ਮਿਨਿਸਟਰ ਬਹੁਤ ਹੀ ਕਾਮਯਾਬ ਦੀ ਹੋਈ ਤੇ ਉਹਦੇ ਚੁੱਕ ਕੇ ਨਾ ਗਵਰਨਰ ਲਾਤਾ ਉਹਨੂੰ ਮੱਧ ਪ੍ਰਦੇਸ਼ ਦੀ, ਅੱਜ ਕੱਲ੍ਹ ਉੱਤਰ ਪ੍ਰਦੇਸ਼ ਦੀ ਗਵਰਨਰ ਆ। ਹੁਣ ਮੋਦੀ ਸਾਹਿਬ ਚਾਹੁੰਦੇ ਆ ਕਿ ਜਦੋਂ ਕਾਂਗਰਸ ਸੀ, ਕਾਂਗਰਸ ਨੇ ਇੱਕ ਰਾਸ਼ਟਰਪਤੀ ਜਿਹੜੀ ਪ੍ਰਭਤਾ ਪਾਟਿਲ ਦੀ ਦੇਵੀ ਉਹ ਲਾਈ ਸੀ ਆਪਣੀ ਰਾਸ਼ਟਰਪਤੀ। ਉਹ ਵੀ ਚਾਹੁੰਦੇ ਵੀ ਸਾਡੀ ਸਰਕਾਰ ਦੇ ਟਾਈਮ ਦੇ ਉੱਤੇ ਇੱਕ ਸਾਡੀ ਆਪਣੀ ਜਿਹੜੀ ਵਰਕਰ ਆ ਉਹ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਪਦ ਤੇ ਲਾਈ ਜਾਵੇ ਜੀ। ਉਹਨਾਂ ਦੀ ਸੋਚ ਇਹ ਆ ਕਿ ਇੱਕ ਪਦ ਜਿਹੜਾ ਵਾ ਦਲਿਤਾਂ ਨੂੰ ਦਿੱਤਾ ਜਾਵੇ ਤੇ ਇੱਕ ਔਰਤਾਂ ਨੂੰ ਦਿੱਤਾ ਜਾਵੇ ਜੀ। 2 ਪਦ ਖਾਲੀ ਹੋਣ ਵਾਲੇ ਨੇ। ਉਹਦੇ ਵਿੱਚ ਨੰਦੀ ਬੈਨ ਜਿਹੜੀ ਪਟੇਲ ਆ, ਉਹਦਾ ਨਾਂ ਪਹਿਲਾਂ ਆ ਰਿਹਾ ਕਿ ਉਹ ਮੋਦੀ ਸਾਹਿਬ ਦੇ ਕਾਫੀ ਨੇੜੇ ਰਹੀ ਪਹਿਲਾਂ ਵੀ। ਇਸ ਕਰਕੇ ਉਮੀਦ ਆ ਕਿ ਨੰਦੀ ਬੈਨ ਪਟੇਲ ਦਾ ਉਪ ਮੁੱਖ ਮੰਤਰੀ ਉਪ ਰਾਸ਼ਟਰਪਤੀ ਵਾਸਤੇ ਰਾਸ਼ਟਰਪਤੀ ਵਾਸਤੇ ਲੱਗ ਸਕਦਾ ਵਾ ਜੇ ਅਖਬਾਰ ਨੇ ਖਬਰ ਦਿੱਤੀ ਹੈ ਤੇ ਕੋਈ ਸੋਚ ਕੇ ਦੇਖਦੀ ਹੈ ਜੀ। ਸੋ 2 ਵਪਾਰਕ ਸੁਨੇਹੇ ਦੇ ਦਈਏ ਜੀ। ਬਿਲਕੁਲ ਦਿਓ ਜੀ, ਬਿਲਕੁਲ। ਫਿਰ ਆਪਾਂ ਅੱਗੇ ਚੱਲਦੇ ਹਾਂ ਜੀ। ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਬਾਈਨਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066
ਡਿਗਸ ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲੌਸਟ ਹਿਲਸ। ਫੋਨ ਨੰਬਰ 661 797 2354। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਤੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਜੁੜੇ ਹੋਏ ਨੇ। ਤੇ ਪੱਟੀ ਸਾਹਿਬ ਹੁਣ ਸ਼ਹੀਨ ਬਾਗ ਵੱਲ ਚੱਲੀਏ ਦਿੱਲੀ ਦੇ, ਤੇ ਦੇਖੋ ਢਾਟ ਹੋ ਗਿਆ ਪੂਰਾ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ। ਦੇਖੋ ਪਹਿਲਾਂ ਜਹਾਂਗੀਰਪੁਰੀ ਦੇ ਜਿੱਥੇ ਮੁਸਲਮਾਨ ਵਸਦੇ ਸੀ ਉੱਥੇ ਇਹਨਾਂ ਨੇ ਇਹ ਬਹਾਨਾ ਲਾਇਆ ਸੀ ਤੇ ਰੋਹਿੰਗਿਆ ਮੁਸਲਮਾਨ ਤੇ ਬੰਗਲਾਦੇਸ਼ੀ ਆ ਗਏ ਜੀ। ਉਹਨਾਂ ਨੇ ਆ ਕੇ ਨਜਾਇਜ਼ ਕਬਜ਼ੇ ਕੀਤੇ ਤੇ ਪਹਿਲਾਂ ਤੇ ਦੱਸਿਆ ਜਾਵੇ ਕਿ ਸਾਡੀਆਂ ਸਿਕਿਉਰਿਟੀ ਫੋਰਸਸ ਕਿੱਥੇ ਇਹ ਆ ਕੇ ਇੱਥੇ ਵਸ ਗਏ। ਸਿਕਿਉਰਿਟੀ ਫੋਰਸਸ ਕਿੱਥੇ ਜੀ? ਜੇ ਉਹ ਵਸ ਗਏ ਤੇ ਉਹਨਾਂ ਆਪਣੇ ਆਧਾਰ ਕਾਰਡ ਵੀ ਬਣਾ ਲਿਆ ਤੇ ਫਿਰ ਤੁਹਾਨੂੰ ਇਤਰਾਜ਼ ਉੱਥੇ ਕੀ ਹੈ? ਚਲੋ ਖੈਰ ਉਹ ਤੁਸੀਂ ਜਹਾਂਗੀਰਪੁਰੀ ਚ ਜਾ ਕੇ ਬਲਡੋਜ਼ਰ ਚਲਾਏ, JCB ਮਸ਼ੀਨ ਚਲਾਈ, ਤੁਹਾਨੂੰ ਪਤਾ ਹੋਏਗਾ ਜਿੱਥੇ ਬਲਡੋਜ਼ਰ ਬਣਦੇ ਆ ਤੇ JCB ਮਸ਼ੀਨ ਬਣਦੀ ਆ ਤੇ ਉੱਥੇ ਜਾ ਕੇ ਜਿਹੜੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਆ ਉਹਦਾ ਮੁਆਇਨਾ ਕਰਨ ਵਾਸਤੇ ਚਲੇ ਗਏ ਸੀ ਮੋਦੀ ਸਾਹਿਬ ਨਾਲ ਜੀ। ਤੇ ਉੱਥੋਂ ਦੀ ਪਾਰਲੀਮੈਂਟ ਦੇ ਵਿਰੋਧੀ ਧਿਰ ਦੇ ਜਿਹੜਾ ਮੁਖੀ ਸੀ ਉਹਨੇ ਇਤਰਾਜ਼ ਕੀਤਾ ਸੀਗਾ ਜੀ ਕਿ ਜਿਹੜੀ ਉੱਥੇ ਮਨੁੱਖਤਾ ਦਾ ਨਾਸ਼ ਕਰ ਰਹੀ ਹੈ JCB ਮਸ਼ੀਨ ਤੇ ਬਲਡੋਜ਼ਰ, ਤੇ ਇਹ ਕਿਉਂ ਸਾਡਾ ਪ੍ਰਧਾਨ ਮੰਤਰੀ ਗਿਆ ਉੱਥੇ ਇਹਦਾ ਮੁਆਇਨਾ ਕਰਨ ਵਾਸਤੇ? ਅੱਛਾ ਜੀ। ਹੁਣ ਇਹਨਾਂ ਨੇ ਕੀ ਕੀਤਾ? ਬਲਡੋਜ਼ਰ ਚ ਲਾਏ ਜਿਹੜੀ ਸਾਡੀ ਬਰਿੰਦਾ ਕਤਾਰ ਕੀ ਹੈ ਹੁਣ ਉਹ ਜਿਹੜੀ ਇਹਨੇ ਕਰਤੀ ਕਹਿੰਦੇ ਜੀ, ਉਹ ਜਿਹੜੀ ਹੈ ਉਹ ਤੇ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਦੇ ਆਰਡਰ ਲੈ ਕੇ ਆਈ ਜੀ ਵੀ ਆਹ ਵੇਖੋ ਮੇਰੇ ਕੋਲ ਆਰਡਰ ਦੁਬਾਰਾ ਸੁਪਰੀਮ ਕੋਰਟ ਨੇ ਕੀਤੇ, ਤੁਸੀਂ ਬਲਡੋਜ਼ਰ ਬੰਦ ਕਿਉਂ ਨਹੀਂ ਕਰਦੇ ਬਈ? ਉਹ ਫਿਰ ਅੱਗੇ ਖੜ ਗਏ ਤੇ ਫਿਰ ਬਲਡੋਜ਼ਰ ਬੰਦ ਹੋਏ। ਇੱਕ ਤੇ ਲੀਡਰ ਸੀ, ਇੱਕ MP ਸੀ ਤੇ ਇੱਕ ਫਿਰ ਤੁਹਾਨੂੰ ਪਤਾ ਪਾਰਟੀ ਵੀ ਤਗੜੀ ਸੀ, ਪਿਛਲੇ ਵਸੇ ਹੈਗੇ ਸੀ 4 ਬੰਦੇ, ਉਹਨੇ ਬਲਡੋਜ਼ਰ ਰਖਾਇਆ ਸੀ। ਹੁਣ ਇਹਨਾਂ ਸ਼ਹੀਨ ਬਾਗ ਦੇ ਜਿਹੜਾ ਸ਼ਹੀਨ ਬਾਗ ਆ ਉੱਥੇ ਬਕਾਇਦਾ ਤੌਰ ਤੇ ਬਹੁਤ ਗਿਣਤੀ ਜਿਹੜੀ ਮੁਸਲਮਾਨ ਜੀ ਇਹ ਕੱਲ ਚਲੇ ਗਏ ਨੇ ਉੱਥੇ ਬਲਡੋਜ਼ਰ ਲੈ ਕੇ ਤੇ JCB ਮਸ਼ੀਨ ਲੈ ਕੇ ਇੱਥੇ ਰੰਗੀਆਂ ਮਿਸ਼ਨ ਦੇ ਮੁਸਲਮਾਨ ਤੇ ਜਿਹੜੇ ਬੰਗਲਾਦੇਸ਼ੀ ਬੜੇ ਵਸੇ ਜੀ ਉਹਨਾਂ ਨੇ ਨਜਾਇਜ਼ ਕਬਜ਼ੇ ਕੀਤੇ, ਅਸੀਂ ਢਾਉਣ ਵਾਸਤੇ ਆਏ। ਜਿਹੜੀ ਉੱਥੋਂ ਸ਼ਹੀਨ ਬਾਗ ਦੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਹੈ ਨਾ ਜੀ, ਉਹਦੇ ਵਿੱਚ ਇਕੱਲੇ ਮੁਸਲਮਾਨ ਨਹੀਂ ਹਿੰਦੂ ਵੀ ਹੈਗੇ ਆ, ਹੋਰ ਵੀ ਹੈਗੇ। ਉਹ ਅੱਗੇ ਆਏ ਨੇ ਜੀ, ਕਹਿੰਦਾ ਤੁਸੀਂ ਸਾਨੂੰ ਵਿਖਾਓ ਪਹਿਲਾਂ ਵੀ ਕਿਹੜਾ ਇੱਥੇ ਨਜਾਇਜ਼ ਕਬਜ਼ਾ ਹੋਇਆ, ਵਿਖਾ ਦਿਓ ਤੁਸੀਂ ਜੀ। ਕਹਿੰਦੇ ਇਸ ਕਲੋਨੀ ਦੇ ਵਿੱਚ ਬਕਾਇਦਾ ਤੌਰ ਤੇ ਸਾਡਾ ਕੋਈ ਨਾ ਕੋਈ ਨਜਾਇਜ਼ ਕਬਜ਼ਾ ਕਰਦਾ, ਜੇ ਕਰਨ ਦੀ ਕੋਸ਼ਿਸ਼ ਕਰੇ ਤੇ ਅਸੀਂ ਆਪ ਢਾ ਦਿੰਦੇ, ਅਸੀਂ ਨਹੀਂ ਨਜਾਇਜ਼ ਕਬਜ਼ਾ ਕਰਨ ਦਿੰਦੇ। ਇਸ ਕਰਕੇ ਅਸੀਂ ਬਲਡੋਜ਼ਰ ਨਹੀਂ ਚੱਲਣ ਦੇਣਾ। ਉੱਥੇ ਕਾਫੀ ਅਧਿਕਾਰੀਆਂ ਨਾਲ ਬਹਿਸ ਬਸਾਈ ਹੋਈ ਆ ਜੀ। ਜਿਹੜਾ ਆਦੇਸ਼ ਗੁਪਤਾ ਇਹਨਾਂ ਦਾ ਹੈਗਾ ਉੱਥੇ ਪ੍ਰਧਾਨ BJP ਦਾ ਦਿੱਲੀ ਦਾ, ਦੇਸ਼ ਗੁਪਤਾ, ਉਹਨੇ ਵੀ ਕਾਫੀ ਉਹਨਾਂ ਦੀ ਆਲੋਚਨਾ ਕੀਤੀ ਵੀ ਇੱਥੇ ਇਹ ਜਿਹੜੇ ਗੈਰ ਕਾਨੂੰਨੀ ਤੌਰ ਤੇ ਕਬਜ਼ੇ ਕਰਕੇ ਬੈਠੇ ਉਹਨਾਂ ਨੂੰ ਉਠਾਇਆ ਜਾਵੇ ਜੀ। ਉਹ ਕਹਿੰਦਾ ਮੇਅਰ ਨੂੰ ਆਪ ਮੈਂ ਲੈਟਰ ਲਿਖ ਕੇ ਵੀ ਕੰਮ ਕਰੋ ਤੁਸੀਂ। ਹੁਣ ਅਗਲੀ ਗੱਲ ਕੀ, ਜਦੋਂ ਉਹ ਖੜ ਗਏ ਸਾਰੇ ਲੋਕ ਉੱਥੇ, ਜਿਹੜੀਆਂ 100 ਸਾਲ ਦੀਆਂ ਔਰਤਾਂ ਸੀ ਵੀ ਖੜੀਆਂ ਬਲਡੋਜ਼ਰ ਸਾਨੂੰ ਪਹਿਲਾਂ ਵਿਖਾਓ ਤੁਸੀਂ ਢੋਣ ਕੀ ਆਏ ਹੋ, ਇੱਥੇ ਤਾਂ ਕੋਈ ਨਜਾਇਜ਼ ਹੈ ਹੀ ਨਹੀਂ। ਇੱਕ ਬਿਲਡਿੰਗ ਸੀ ਉਹ ਕਲੀ ਹੋ ਰਹੀ ਸੀ, ਅੱਛਾ ਜੀ, ਉਹਦੇ ਨਾਲ ਪਾਈਪ ਕੁਛ ਲੱਗੇ ਸੀ ਲੋਹੇ ਦੇ ਤੇ ਨਾਲ ਦੇ ਫੱਟੇ ਰੱਖੇ ਸੀ ਕਲਕੀ ਕਰਨ ਵਾਸਤੇ। ਕਹਿੰਦੇ ਆ ਹੈਗੀ ਆ, ਉਹ ਕਹਿੰਦਾ ਤੁਸੀਂ 1 ਮਿੰਟ ਚਾਹੋ। ਉਹਨਾਂ ਮੁੰਡੇ ਲੈ ਕਹਿੰਦੇ ਖੋਲ ਦੇ ਸਾਰੀ ਨਹੀਂ, ਉਹਨਾਂ ਖੋਲ ਕੇ ਪਾਸੇ ਕਰਤੀ। ਕਹਿੰਦਾ ਹੁਣ ਠੀਕ ਹੈ, ਜੇ ਠੀਕ ਹੈ ਤੇ ਆਪਣੇ ਬਲਡੋਜ਼ਰ ਵਾਪਸ ਲੈ ਜਾਓ, ਅਸੀਂ ਇੱਥੇ ਕੁਛ ਨਹੀਂ ਹੁੰਦਾ, ਜੇ ਕਤਲ ਹੋਣਗੇ ਮਾਰਨਾ ਸਾਨੂੰ ਮਾਰ ਦਿਓ, ਕੁਛ ਨਹੀਂ ਕਰਨ ਦੇਣਾ ਸੀ, ਪਰ ਸਾਨੂੰ ਵਿਖਾ ਦਿਓ ਜੀ ਕਿ ਨਜਾਇਜ਼ ਕਬਜ਼ੇ ਕਿੱਥੇ ਹੈ। ਲੇਕਿਨ ਉੱਥੇ ਬਕਾਇਦਾ ਤੌਰ ਤੇ ਜਿਹੜੇ ਸਾਡੇ ਇਹ ਲੋਕਾਂ ਦਾ ਏਕਾ ਸੀ ਉਹਦੇ ਅੱਗੇ ਫਿਰ ਬਲਡੋਜ਼ਰ ਜਿਹੜੇ ਸੀ ਉਹ ਵਾਪਸ ਚਲੇ ਗਏ ਨੇ ਜੀ, ਤੇ ਬਲਡੋਜ਼ਰਾਂ ਦੀ ਉੱਥੇ ਕੋਈ ਸੁਣਵਾਈ ਨਹੀਂ ਹੋਈ। ਅਸੀਂ ਸੋਚਦੇ ਕਿ ਇਹੋ ਜਿਹੀ ਏਕਾ ਜਗ੍ਹਾ ਹਰ ਜਗ੍ਹਾ ਤੇ ਹੋ ਜਾਏ, ਲੋਕ ਆਪਣੀ ਜ਼ਿੰਮੇਵਾਰੀ ਆਪ ਨਿਭਾਉਣੀ ਵੀ ਅਸੀਂ ਨਗਰ ਨਿਗਮ ਦੀ ਇਜਾਜ਼ਤ ਤੋਂ ਬਗੈਰ ਕੋਈ ਵੀ ਇੱਥੇ ਸਾਰੀ ਨਹੀਂ ਹੋਣ ਦੇਣੀ ਜੀ, ਤੇ ਸ਼ਾਇਦ ਇਹਦੂ ਵਧੀਆ ਕੋਈ ਕਹਾਣੀ ਨਹੀਂ। ਦਿੱਲੀ 'ਚ ਪ੍ਰੋਬਲਮ ਕੀ ਹੈ ਜੀ, ਲੋਕ ਕਈ ਕਹਿ ਦਿੰਦੇ ਜੀ ਕੇਜਰੀਵਾਲ ਦੀ ਸਰਕਾਰ ਕੀ ਕਰਦੀ ਹੈ,
ਇਹ ਮੈਂ ਦੱਸ ਦਿਆਂ ਵੀ ਉਹ ਜਿਹੜੀ ਸਰਕਾਰ ਪੂਰੀ ਨਹੀਂ, ਉਹ ਅਧੂਰੀ ਸਰਕਾਰ ਜੀ, ਕਿਉਂਕਿ ਉੱਥੇ 3 ਕਾਰਪੋਰੇਸ਼ਨਾਂ ਵਾ, 3 ਕਾਰਪੋਰੇਸ਼ਨ ਦੇ ਬੀਜੇਪੀ ਦਾ ਕਬਜ਼ਾ, ਤੇ ਕਾਰਪੋਰੇਸ਼ਨਾਂ ਸਰਕਾਰ ਨੂੰ ਜਵਾਬ ਦੇ ਨਹੀਂ, ਦਿੱਲੀ ਸਰਕਾਰ ਨੂੰ ਜਵਾਬ ਦੇ ਨਹੀਂ ਹੈਗੀਆਂ, ਉਹ ਸਿੱਧੀਆਂ ਸੈਂਟਰ ਸਰਕਾਰ ਨੂੰ ਜਵਾਬ ਦੇ ਹੈਗੀਆਂ। ਸਿਕਿਉਰਿਟੀ ਪੁਲਿਸ ਉੱਥੇ ਬਕਾਇਦਾ ਤੌਰ ਤੇ ਜਿਹੜੀ ਉਹ ਕੇਂਦਰ ਦੇ ਅਧੀਨ, ਜੇ ਕੇਂਦਰ ਦੇ ਤੇ 3 ਜਿਹੜੀਆਂ ਕਾਰਪੋਰੇਸ਼ਨਾਂ ਤੇ ਕਬਜ਼ਾ ਬੀਜੇਪੀ ਦਾ, ਤੇ ਉੱਥੇ ਫਿਰ ਦਿੱਲੀ ਸਰਕਾਰ ਉੱਥੇ ਕੀ ਕਰੂਗੀ ਜੀ? ਦਿੱਲੀ ਸਰਕਾਰ ਤੇ ਕੁਝ ਨਹੀਂ ਕਰ ਸਕਦੀ ਨਾ, ਭਾਵੇਂ ਕਿ ਇਹਨਾਂ ਨੇ ਇੱਕ ਮਤਾ ਪਾਸ ਕਰਕੇ 3 ਕਾਰਪੋਰੇਸ਼ਨਾਂ ਭੰਗ ਕਰਕੇ ਤੇ ਇਹਨਾਂ ਨੂੰ ਇੱਕ ਕਾਰਪੋਰੇਸ਼ਨ ਬਣਾਉਣ ਦੀ ਗੱਲ ਕੀਤੀ ਹੈ ਜੀ। ਉਹਦੀ ਆੜ ਹੇਠ ਇਹ ਇੱਕ ਮੈਟਰੋਪੋਲੀਟਨ ਕੌਂਸਲ ਬਣਾਉਣਗੇ ਉੱਥੇ, ਜੋ ਮੇਰਾ ਖਿਆਲ ਹੈ ਜੀ। ਮੈਟਰੋਪੋਲੀਟਨ ਕੌਂਸਲ ਬੁਲਾ ਕੇ ਉੱਥੋਂ ਦੀ ਦਿੱਲੀ ਸਰਕਾਰ ਨੂੰ ਪੱਕੇ ਤੌਰ ਤੇ ਭੰਗ ਕਰ ਦੇਣਗੇ, ਤੇ ਮੈਟਰੋਪੋਲੀਟਨ ਕੌਂਸਲ ਦੇ ਵਿੱਚ ਜਿਹੜੀ ਆ ਕੇਂਦਰ ਸਰਕਾਰ ਨੂੰ ਬਹੁਤ ਸਾਰੇ ਬੰਦੇ ਨਾਮਜ਼ਦ ਕੀਤੇ ਜਾਣਗੇ ਜੀ, ਤੇ ਫਿਰ ਉਹ ਕੇਂਦਰ ਸਰਕਾਰ ਹੀ ਹੋਗੀ, ਫਿਰ ਸਰਕਾਰ ਤੋਂ ਕੋਈ ਰਹੀ ਨਾ। ਇਸ ਗੱਲ ਦਾ ਕੇਜਰੀਵਾਲ ਸਾਹਿਬ ਨੂੰ ਪਤਾ, ਜਿਹਦੇ ਕਰਕੇ ਉਹ ਬਾਹਰ ਪੈਰ ਮਾਰਦੇ ਫਿਰਦੇ ਵੀ ਸਾਡੀ ਹਿਮਾਚਲ ਦੀ ਗੱਲ ਬਣੀ, ਸਾਡੀ ਗੁਜਰਾਤ 'ਚ ਬਣਦੀ, ਸਾਡੀ ਪੰਜਾਬ 'ਚ ਬਣੀ ਹੈ ਜੀ। ਇਸ ਕਰਕੇ ਉਹ ਕੋਸ਼ਿਸ਼ ਕਰ ਰਹੇ ਜੀ। ਤੇ ਹੁਣ ਡਾਕਟਰ ਇੰਦਰਜੀਤ ਸਿੰਘ ਹੋਰੀ ਕਿਵੇਂ ਬਣੇ ਜੀ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ? ਜਿਹੜਾ ਸਾਡਾ ਚੀਫ ਖਾਲਸਾ ਦੀਵਾਨ ਜੀ 1902 ਦੇ ਵਿੱਚ ਹੋਣ ਚਾਹਿਆ ਸੀ ਜੀ। ਬੇਸਿਕਲੀ ਕੁਝ ਲੋਕ ਤੇ ਇਹ ਵੀ ਲਿਖਦੇ ਨੇ ਆਪਣੀਆਂ ਕਿਤਾਬਾਂ ਦੇ ਵਿੱਚ ਕਿ ਚੀਫ ਖਾਲਸਾ ਦੀਵਾਨ ਸਪੌਂਸਰਡ ਬਾਈ ਦਾ ਹੈਗਾ ਸੀਗਾ ਅੰਗਰੇਜ਼ ਜੀ। ਅੰਗਰੇਜ਼ ਕਹਿੰਦੇ ਜੀ ਜਿਹੜੀ ਸਿੰਘ ਸਭਾ ਨਾ, ਸਿੰਘ ਸਭਾ ਸਾਡੇ ਕਾਬੂ ਨਹੀਂ ਆ ਰਹੀ, ਅੱਛਾ ਜੀ, ਉਹ ਆਪਣੇ ਪੈਰ ਪੂਰੇ ਪਸਾਰ ਰਹੀ ਹੈ ਤੇ ਸਾਨੂੰ ਉਹ ਪਰੇਸ਼ਾਨ ਵੀ ਕਰ ਰਹੀ ਹੈ। ਉਹਨਾਂ ਨੇ ਫਿਰ ਆਪਣੇ ਜਿਹੜੇ ਸੀ ਸਿਪਾਹ ਸਰਾਂ ਨੂੰ ਕਿਹਾ ਤੇ ਇੱਕ ਨਵੀਂ ਜਥੇਬੰਦੀ ਕਰੋ, ਪੈਸੇ ਅਸੀਂ ਖਰਚ ਕਰਦੇ ਹਾਂ, ਫੰਡ ਤੁਹਾਨੂੰ ਦਿਆਂਗੇ, ਕੰਮ ਤੁਸੀਂ ਆਪਣਾ ਕਰੋ ਲੇਕਿਨ ਸਾਡਾ ਬਚਾਅ ਕਰੋ ਜੀ। ਉਦੋਂ ਫਿਰ ਚੀਫ ਖਾਲਸਾ ਦੀਵਾਨ ਜਥੇਬੰਦੀ ਆਈ ਸੀ ਕਿ ਚੀਫ ਖਾਲਸਾ ਦੀਵਾਨ ਨੇ ਬਕਾਇਦਾ ਤੌਰ ਤੇ ਕਿਹਾ ਸੀ ਕਿ ਅਸੀਂ 50% ਫੰਡ ਆਪਣੇ ਜਿਹੜੇ ਉਹ ਧਰਮ ਪ੍ਰਚਾਰ ਤੇ 50% ਐਜੂਕੇਸ਼ਨ ਤੇ ਖਰਚ ਕਰਾਂਗੇ ਜੀ। ਇਹ ਬੜੀ ਤਕੜੀ ਸਾਡੀ ਵਿਦਿਅਕ ਤੇ ਧਾਰਮਿਕ ਇੱਕ ਯੂਨੀਵਰਸਿਟੀ ਸੀ ਉਸ ਟਾਈਮ ਕਾਮਯਾਬ ਸੀ, ਆਪਣੀ ਐਜੂਕੇਸ਼ਨ ਵੱਲ ਕਾਮਯਾਬ ਸੀ ਜੀ। ਲੇਕਿਨ ਸਜੇ ਸੰਸਥਾ ਦੇ ਵਿੱਚੋਂ ਧਾਰਮਿਕਤਾ ਚਲੀ ਗਈ ਤੇ ਵਿਦਿਅਕ ਅਦਾਰੇ ਆ ਗਏ। ਪਰ ਪਿਛਲੇ ਜਿਹੜੇ 10 ਸਾਲ 69 ਸਾਲਾਂ ਦੇ ਵਿੱਚ ਇਹ ਵਿਦਿਆ ਇਸ ਸੰਸਥਾ ਤੇ ਜਿਹੜੇ ਬੜੇ ਸੰਕਟ ਦੇ ਬੱਦਲ ਮਟਾਏ ਜੀ। ਕਿਉਂਕਿ ਪਹਿਲਾਂ ਜਿਸ ਤਰੀਕੇ ਨਾਲ ਚੱਡਾ ਸਾਹਿਬ ਨੇ ਕਬਜ਼ਾ ਕੀਤਾ ਸੀ ਉਹ ਵੀ ਧੱਕੇਸ਼ਾਹੀ ਜੀ, ਗਲਤ ਮੈਂਬਰ ਬਣਾ ਕੇ ਆਪਣੀ ਗੱਦੀ ਕਾਇਮ ਕੀਤੀ ਸੀ। ਉਹ ਕਹਿੰਦੇ ਜਿੰਨਾ ਚਿਰ ਮੈਂ ਜਿਉਣਾ ਮੈਂ ਪ੍ਰਧਾਨ ਰਹਿਣਾ। ਲੇਕਿਨ ਕੁਦਰਤ ਦੇ ਰੰਗ ਨਿਆਰੇ ਹੁੰਦੇ ਆ। ਜਿਹੜੀ ਇੱਕ ਵੀਡੀਓ ਵਾਇਰਲ ਹੋਈ, ਫਿਰ ਇੱਕ ਉਹ ਵੀਡੀਓ ਨੇ ਇਹੋ ਜਿਹਾ ਉਹਨਾਂ ਨੂੰ ਪਸੇਟਾ ਮਾਰਿਆ ਵੀ ਉਹਨਾਂ ਨੂੰ ਛੱਡਣਾ ਪਿਆ ਸਭ ਜੀ। ਉਹਨਾਂ ਦੀ ਜਗ੍ਹਾ ਤੇ ਡਾਕਟਰ ਸੰਤੋਖ ਸਿੰਘ ਪ੍ਰਧਾਨ ਬਣੇ। ਡਾਕਟਰ ਸੰਤੋਖ ਸਿੰਘ ਦੇ ਖਿਲਾਫ ਇੱਕ 420 ਦਾ ਕੇਸ ਚੱਲਦਾ ਸੀ ਜੀ। ਉਹਦੇ ਵਿੱਚ ਉਹਨਾਂ ਨੂੰ ਸਜ਼ਾ ਹੋ ਗਈ, ਉਹਨਾਂ ਨੂੰ ਪ੍ਰਧਾਨਗੀ ਛੱਡਣੀ ਪਈ ਜੀ। ਫਿਰ ਇੱਥੇ ਜਿਹੜੇ ਸੀ ਡਾਕਟਰ ਨਿਰਮਲ ਸਿੰਘ ਵੀ ਪ੍ਰਧਾਨ ਬਣੇ। ਨਿਰਮਲ ਸਿੰਘ ਪ੍ਰਧਾਨ ਜਿਹੜੇ ਬਣੇ ਤੇ ਆਪਣੀ ਟੈਨਿਓਰ ਪੂਰੀ ਤਾਂ ਕਰ ਸਕੇ, ਬਿਰਧ ਸਰੀਰ ਸੀ, ਕੰਮ ਕਰ ਨਹੀਂ ਸੀ ਸਕਦੇ ਤੇ ਉਹ ਇਸ ਦੁਨੀਆ ਤੋਂ ਚਲੇ ਗਏ ਜੀ। ਹੁਣ ਡਾਕਟਰ ਨਿੱਜਰ ਬਣੇ ਨੇ। ਡਾਕਟਰ ਨਿੱਜਰ ਦੇ ਖਿਲਾਫ ਵੀ ਇੱਕ ਪਰਚਾ ਦਰਜ ਹੋਇਆ ਸੀ, ਲੇਕਿਨ ਇਹਨਾਂ ਨੁਕਹਿਰੀ ਮਾਰ ਕੀਤੀ ਤੇ ਆਈਪੀਐਸ ਅਫਸਰ ਨੇ ਇੱਕ ਜਾਂਚ ਕਰਕੇ ਕਹਿਤਾ ਵੀ ਡਾਕਟਰ ਨਿੱਜਰ ਨਿਰਦੋਸ਼ ਜੀ। ਤੁਹਾਨੂੰ ਪਤਾ ਵੀ ਜਦੋਂ ਪਰਚਾ ਦਰਜ ਹੋ ਜਾਂਦਾ ਵਾ ਤੇ ਉਦੋਂ ਖਾਨਾ ਨੰਬਰ 2 ਦੇ ਵਿੱਚ ਜਦੋਂ ਮਰਜ਼ੀ ਜੱਜ ਕਾਲ ਕਰ ਸਕਦਾ ਉਹਨਾਂ ਨੂੰ ਵੀ ਆ ਵੀ ਤੇਰੀ ਸੁਣਾਈ ਪਿੱਛੋਂ ਆ ਕੇ। ਇਸ ਕਰਕੇ ਇਹ ਜਿਹੜੀ ਸੰਸਥਾ ਵਾ ਇਸ ਸੰਕਟ ਦੇ ਵਿੱਚ, ਲੇਕਿਨ ਡਾਕਟਰ ਨਿੱਜਰ ਬੜੇ ਵਧੀਆ ਬੰਦੇ ਨੇ। ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਹਲਕਾ ਸਾਊਥ ਤੋਂ, ਜੈਂਟਲ ਬੰਦੇ ਨੇ। ਔਰ ਜਿਵੇਂ ਕਹਿੰਦੇ ਵੀ ਇਹ ਜਿਹੜੇ ਸਾਡੇ ਜੱਟ ਭਾਈਚਾਰਾ ਸੀਗੇ ਸੰਸਥਾ ਦੇ ਉੱਤੇ 40 ਸਾਲ ਬਾਅਦ ਉਹਨਾਂ ਦਾ ਪ੍ਰਧਾਨ ਬਣਿਆ ਸੀ ਪਹਿਲੀ ਵਾਰੀ ਜੀ। ਪਹਿਲਾਂ ਸੁਰਜੀਤ ਸਿੰਘ ਮਜੀਠਾ ਹੁੰਦੇ ਸੀ, ਉਦੋਂ ਬਾਅਦ ਫਿਰ ਜਿਹੜੇ ਸੀ ਸ਼ਹਿਰੀ ਸਿੱਖ ਸੀ ਉਹਨਾਂ ਦਾ ਕੰਟਰੋਲ ਰਿਹਾ। ਬਹੁਤ ਸੋਹਣਾ ਕੰਮ ਚਲਾਈਆਂ, ਬੜੀਆਂ ਸੰਸਥਾਵਾਂ ਖੋਲੀਆਂ ਜੀ। ਸਰਦਾਰ ਕਿਰਪਾਲ ਸਿੰਘ ਜਿਹੜੇ MP ਰਹੇ ਨੇ ਸਾਡੇ ਸੋਸ਼ਲ ਪਾਰਟੀ ਦੇ, ਉਹ ਪ੍ਰਧਾਨ ਰਹੇ ਨੇ। ਦੇ ਭਾਗ ਸਿੰਘ ਗੜਖੀ ਲੰਮਾ ਸਭਾ ਦੇ ਜਿਹੜੇ ਆਨਰੀ ਸੈਕਟਰੀ ਰਹੇ ਨੇ ਜੀ। ਉਸ ਟਾਈਮ ਤੇ ਕਾਫੀ ਇਹਨੇ ਤਰੱਕੀ ਕੀਤੀ ਹੈ। ਤੇ ਭਾਗ ਸਿੰਘ ਗੜਖੀ ਦਾ ਹੁੰਦਾ ਸੀ, ਉਹਨਾਂ ਨੂੰ ਇੱਕ ਇੱਟ ਦਾ ਪਤਾ ਹੁੰਦਾ ਸੀ ਇੱਟ ਕਿੱਥੇ ਲੱਗੀ ਤੇ ਕਿੱਥੋਂ ਲੱਗੀ ਕਿ ਉਹਨਾਂ ਦੀ ਕਾਫੀ ਇੱਥੇ ਕੰਮ ਕੀਤਾ ਸੀ ਜੀ। ਇੱਕ ਨਾ ਬੰਦੇ ਦਾਨੇਵਾਲੀ ਸਾਹਿਬ ਸਾਡੇ ਇੱਕ ਸੰਤ ਸਿੰਘ ਹੋਏ ਨੇ ਜੀ, ਆਨਰੀ ਸਕੱਤਰ ਹੋਏ ਨੇ ਇਹਨਾਂ ਦੇ ਜੀ। ਅੰਮ੍ਰਿਤਸਰ ਵਿੱਚ ਹੁਕਮ ਸਿੰਘ ਰੋਡ ਚੱਲਦੀ ਹੈ, ਆਦਮੀ ਰੋਡ ਦਾ ਨਾਮ ਹੁਕਮ ਸਿੰਘ। ਅੱਛਾ ਜੀ। ਹੁਕਮ ਸਿੰਘ ਹੋਰੀ ਜਿਹੜੇ ਸੀ ਨੀਲੀ ਬਾਜ਼ ਜਦੋਂ ਪਾਕਿਸਤਾਨ ਦੇ ਵਿੱਚ ਇਹਨਾਂ ਨੇ ਲਈ, ਇਹਨਾਂ ਜੰਗਲ ਕੱਟਣ ਵਾਸਤੇ, ਉਹਨਾਂ ਦਿਨਾਂ ਦੇ ਵਿੱਚ ਇਹਨਾਂ ਨੇ ਲੱਖਾਂ ਰੁਪਏ ਕਮਾਏ ਸੀ। ਬੜੀ ਮਜ਼ਬੂਤ ਸਾਮੀ ਸੀ, ਬੜੇ ਤਕੜੇ ਬੰਦੇ ਸੀ।
ਜਿਹੜਾ ਸੰਤ ਸਿੰਘ ਸੀਗਾ, ਇਹ ਬੰਦਾ ਜਿਹੜਾ ਸੀ ਪੰਜਾਬ ਐਂਡ ਸਿੰਧ ਬੈਂਕ ਦੀ ਮੈਨੇਜਮੈਂਟ ਦਾ ਵੀ ਮੈਂਬਰ ਸੀਗਾ ਤੇ ਚੀਫ ਖਾਲਸਾ ਦੀਵਾਨ ਦਾ ਆਨਰਰੀ ਸਕੱਤਰ ਵੀ ਸੀਗਾ ਜੀ। ਇਹ ਆਪਣੇ ਘਰੇ ਗੱਡੀਆਂ ਜਿਹੜੀਆਂ ਸੀ ਇੰਪੋਰਟਡ ਖੜੀਆਂ ਗੱਡੀ ਨਹੀਂ ਸੀ ਦਿੰਦਾ, ਘਰੋਂ ਤੁਰਦਾ ਸੀਗਾ। ਰਸਤੇ ਦੇ ਵਿੱਚ ਦੁਕਾਨਦਾਰਾਂ ਕੋਲ ਜਿਹਨੇ ਰੁਪਈਆ ਦੇ ਦਿੱਤਾ, ਜਿਹਨੇ ਚਵਾਨੀ ਦਿੱਤੀ, 98 ਦਿੱਤੀ, ਉਹ ਆ ਕੇ ਰਸੀਦ ਕਟਾ ਕੇ ਜਾਂਦਾ, ਰਸੀਦ ਜਾਂ ਰਸੀਦ ਲੈ ਲਓ ਤੇ ਆਹ ਪੈਸੇ ਜਮ੍ਹਾਂ ਕਰਦੇ ਜੀ ਇਹਦੇ ਜੱਟ ਚ ਚੀਫ ਖਾਲਸਾ ਦੀਵਾਨ। ਆਪਣੇ ਕੋਲ ਤਾਂ ਪੈਸੇ ਦੇਣੇ ਸੀ। ਔਰ ਉਹ ਬੰਦਾ ਏਡਾ ਵਧੀਆ ਸੀਗਾ ਜੀ। ਜਦੋਂ ਪੰਜਾਬ ਐਂਡ ਸਿੰਧ ਬੈਂਕ ਦੀਆਂ ਸਿਰਫ ਬ੍ਰਾਂਚਾਂ 2 ਰਹਿ ਗਈ ਸੀ 47 ਸਾਡੇ ਕੋਲ, ਇੱਕ ਅੰਮ੍ਰਿਤਸਰ ਹਾਲਗੇਟ ਵਾਲੀ ਤੇ ਇੱਕ ਹੋਰ, ਤੇ 12 ਮੈਂਬਰੀ ਮੈਨੇਜਮੈਂਟ ਸੀ। ਉਹਨਾਂ ਨੇ ਫੈਸਲਾ ਕਰ ਲਿਆ ਸੀ ਕਿ ਜਿਹੜੀਆਂ ਰਿਜ਼ਰਵ ਬੈਂਕ ਆਫ ਇੰਡੀਆ ਦੀਆਂ ਕੰਡੀਸ਼ਨਸ ਸੀ ਪੂਰੀਆਂ ਨਹੀਂ ਕਰ ਸਕਦੇ ਤੇ ਅਸੀਂ ਜਿਹੜਾ ਸਰੈਂਡਰ ਕਰ ਰਹੇ ਆਪਣਾ ਬੈਂਕ ਜੀ। ਉਹ ਬੰਦਾ ਇਕੱਲਾ ਖੜਾ ਹੋ ਕੇ ਗਿਆ ਸੀ, ਕਹਿੰਦਾ ਯਾਰ ਸਰੈਂਡਰ ਨਾ ਕਰੋ। ਇਹੋ ਜਿਹੀਆਂ ਸੰਸਥਾਵਾਂ ਜਿਹੜੀਆਂ ਕੌਮਾਂ ਦੀਆਂ ਬਾਰ-ਬਾਰ ਨਹੀਂ ਬਣਦੀਆਂ ਜੀ। ਅੱਜ ਪੰਜਾਬ ਐਂਡ ਸਿੰਧ ਬੈਂਕ 'ਚ ਬਣਿਆ ਤੇ ਉਹ ਤੁਹਾਡੇ ਸਿੱਖਾਂ ਦੇ ਕਰਕੇ ਬਣਿਆ ਵਾ, ਸਿੱਖਾਂ ਦੇ ਕਰਕੇ ਦੀ ਹੋਂਦ। ਉਹਨੇ ਕਿਹਾ ਕਿੰਨੇ ਪੈਸੇ ਚਾਹੀਦੇ, ਉਹਨਾਂ ਵੇਲੇ 'ਚ ਮੇਰੇ 50,000 ਕੇ ਕਿੰਨੇ ਪੈਸੇ ਕਹੇ ਸੀਗੇ। ਤੇ ਸੰਤ ਸਿੰਘ ਹੋਰੀ ਪੂਰੇ ਹਿੰਦੁਸਤਾਨ ਦੇ ਜਾਂ ਵਿਦੇਸ਼ਾਂ ਸਿੱਖ ਬਿਟੀਆਂ ਨੂੰ ਕਿਹਾ ਸੀ ਵੀ ਬੈਂਕ 'ਚ ਪੈਸੇ ਜਮ੍ਹਾਂ ਕਰੋ ਜੀ। ਇਹਨਾਂ ਨੇ ਪੈਸੇ ਜਮ੍ਹਾਂ ਕਰਕੇ ਉਦੋਂ ਜਿਹੜਾ ਸੀ ਬੈਂਕ ਬਚਾਇਆ ਸੀਗਾ, ਜੋ 47 ਨਵੇਂ ਬਾਹਰ ਆਏ ਸੀਗੇ ਜੀ। ਇਸ ਕਰਕੇ ਇਹੋ ਜਿਹੇ ਬੰਦੇ ਉੱਥੇ ਰਹੇ ਨੇ ਜਿਨ੍ਹਾਂ ਨੇ ਬੜੀ ਸਿਰ ਤੋੜ ਮਿਹਨਤ ਕਰਕੇ ਸੰਸਥਾਵਾਂ ਬਚਾਈਆਂ ਨੇ। ਲੇਕਿਨ ਪਿਛਲੇ 10 ਸਾਲਾਂ ਤੋਂ ਇਸ ਸੰਸਥਾ ਦੇ ਵਿੱਚ ਕਾਫੀ ਲੁੱਟ ਵੀ ਹੋਈ ਹੈ, ਖਰਾਬੀਆਂ ਵੀ ਆਈਆਂ ਨੇ। ਉਹਦਾ ਸਾਨੂੰ ਬਚਾਓ ਕਰਨਾ ਚਾਹੀਦਾ ਤੇ ਇਹ ਸੰਸਥਾ ਸਾਡੀ ਸਭ ਤੋਂ ਪਿਆਰੀ ਤੇ ਵਧੀਆ ਸੰਸਥਾ ਹੈ ਜੀ। ਜੀ ਜੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਦੇ ਨਾਲ ਜੁੜੇ ਹੋਏ, ਤੇ ਇਹ ਪ੍ਰੋਗਰਾਮ ਤੁਹਾਨੂੰ ਫੇਸਬੁੱਕ ਪੇਜ ਅਤੇ YouTube ਚੈਨਲ ਤੇ ਵੀ ਥੋੜ੍ਹੀ ਦੇਰ ਬਾਅਦ ਨੂੰ ਸੁਣਨ ਨੂੰ ਮਿਲੇਗਾ ਤੇ ਤੁਸੀਂ ਉੱਥੇ ਵੀ ਸੁਣ ਸਕਦੇ ਹੋ। ਤੇ ਬੇਰੁਜ਼ਗਾਰ ਅਧਿਆਪਕਾਂ ਦੇ ਪੁਲਿਸ ਵਿਚਾਲੇ ਹੁਣ ਕੰਮ ਸ਼ੁਰੂ ਹੋ ਗਿਆ ਜੀ। ਜਿਹੜੇ ਟੈਂਕੀਆਂ ਤੇ ਚੜ੍ਹਦੇ ਸੀ, ਹੁਣ ਕੀ ਕਵਾਂਗੇ ਨਾਲ? ਪਟਿਆਲੇ ਦੇ ਵਿੱਚ ਟੈਂਕੀ ਤੇ ਚੜੇ ਅਧਿਆਪਕਾਂ ਦੇ ਕੋਲੇ ਜਾ ਕੇ ਕੇਜਰੀਵਾਲ ਸਾਹਿਬ ਨੇ ਉੱਪਰ ਜਾ ਕੇ ਕਿਹਾ ਸੀ, ਸਪੀਚ ਕੀਤੀ ਸੀ ਬਕਾਇਦਾ ਤੌਰ ਤੇ ਵੀ ਵੇਖੋ ਭਈ ਤੁਸੀਂ ਅਧਿਆਪਕ ਹੋ ਜੀ, ਤੁਸੀਂ ਸਾਡੇ ਜਿਹੜੇ ਦੇਸ਼ ਦਾ ਨਿਰਮਾਣ ਕਰਨ ਦੇ ਜਿਹੜੇ ਨੀਂਹ ਪੱਥਰ ਤੁਸੀਂ ਰੱਖਦੇ। ਤੁਹਾਨੂੰ ਪਤਾ ਹੋਏਗਾ ਫਰਾਂਸ ਦੇ ਵਿੱਚ ਇੱਕ ਅਧਿਆਪਕ ਨੂੰ ਬਕਾਇਦਾ ਤੌਰ ਤੇ ਟ੍ਰੈਫਿਕ ਦੇ ਨਿਯਮਾਂ ਦੇ ਕਰਕੇ ਚਲਾਨ ਹੋ ਗਿਆ ਉਹਦਾ ਜੀ। ਡੇਟ ਪਾਤੀ ਬੈਸਨ ਪੇਸ਼ ਹੋ, ਉੱਥੇ ਕਾਨੂੰਨ ਬੜੇ ਸਖਤ ਹੈ ਜੀ ਜੀ। ਉਹ ਮਾਸਟਰ ਨਹੀਂ ਜਾ ਸਕੇ ਉੱਥੇ। ਜਦੋਂ ਉਹ ਬਾਅਦ ਦੇ ਵਿੱਚ ਉਹਨੂੰ ਕਿਹਾ ਵੀ ਪੁਲਿਸ ਨੂੰ ਕਿਹਾ ਵੀ ਜੋ ਅਰੈਸਟ ਕਰਕੇ ਲੈ ਕੇ ਜੀ, ਜੋ ਪੁਲਿਸ ਕੀ ਕਹਿੰਦਾ ਚਲੋ ਚੱਲੀਏ ਜੀ ਕੋਈ ਗੱਲ ਨਹੀਂ। ਉਹ ਜੱਜ ਨੂੰ ਪੈ ਗਿਆ, ਕਹਿੰਦਾ ਵੀ ਤੂੰ ਸਮਝਦਾ ਆਪਣੇ ਨੂੰ ਕੀ ਹੈ ਯਾਰ, ਤੂੰ ਆਇਆ ਕਿਉਂ ਨਹੀਂ, ਮੰਤਰੀ ਤੇ ਕਿਉਂ ਨਹੀਂ ਆਇਆ ਤੂੰ? ਉਹ ਕਹਿੰਦਾ ਜੀ ਟਾਈਮ ਨਹੀਂ ਲੱਗਦਾ ਜੀ। ਜੱਜ ਦੇ ਮਨ 'ਚ ਪਤਾ ਨਹੀਂ ਕੀ ਹੈ, ਕਹਿੰਦਾ ਤੁਸੀਂ ਕੰਮ ਕੀ ਕਰਦੇ ਹੋ? ਕਹਿੰਦਾ ਮੈਂ ਟੀਚਰ ਹਾਂ। ਅੱਛਾ ਜੀ। ਔਰ ਜੱਜ ਨੇ ਆਪਣੀ ਕੁਰਸੀ ਤੋਂ ਉੱਠ ਕੇ ਵੀ ਸਲੂਟ ਕੀਤਾ, ਕਹਿੰਦੇ ਵਾਕਈ ਤੁਹਾਨੂੰ ਵਾਕਿਆ ਟਾਈਮ ਨਹੀਂ ਮਿਲਿਆ ਹੋਊਗਾ, ਮੈਨੂੰ ਪਤਾ ਇਸ ਗੱਲ ਦਾ, ਟੀਚਰ ਕਿੰਨੇ ਬਿਜ਼ੀ ਹੁੰਦੇ ਆ। ਔਰ ਤੇ ਮੈਂ ਜੇ ਕੁਰਸੀ ਤੇ ਬੈਠਾ ਹੋ ਨਾ ਤੇ ਡਿਊ ਟੂ ਤੁਹਾਡੇ ਵਰਗੇ ਟੀਚਰ ਦਾ ਪੜਾਇਆ ਬੈਠਾ। ਉਹਨੇ ਇੰਨਾ ਮਾਨ ਸਤਿਕਾਰ ਕੀਤਾ, ਤੂੰ ਕਹਿੰਦਾ ਜੀ ਅੱਗੇ ਤੋਂ ਖਿਆਲ ਰੱਖਿਓ ਕਿ ਅੱਜ ਮੈਂ ਤੁਹਾਡਾ ਜਿਹੜਾ ਕੇਸ ਕੁਝ ਖਾਰਜ ਕਰ ਦਿੰਦਾ ਵਾ। ਇਸ ਕਰਕੇ ਟੀਚਰਾਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ ਜੀ। ਸਾਡੇ ਇੱਥੇ ਕਿਰਪਾਲ ਸਿੰਘ ਹੁੰਦੇ ਸੀ ਇੱਕ DSP, ਉਹਨਾਂ ਨੇ ਕੀਤਾ, ਜਿਹੜੇ ਟੀਚਰ ਸੀ ਬ੍ਰਹਮਪੁਰ ਸਾਹਿਬ ਮੰਤਰੀ ਸੀ, ਉਹਨੇ ਘਰ ਦੇ ਬਾਹਰ ਮੁਜ਼ਾਹਰਾ ਕਰ ਰਹੇ ਸੀ ਜੀ। ਇਹਨਾਂ ਜਾ ਕੇ ਲਾਠੀਚਾਰਜ ਕਰਦਾ ਤੇ ਮੈਂ ਉਹਨੂੰ ਸਮਝਿਆ ਸੀ ਬਹੁਤ ਵਧੀਆ ਬੰਦਾ। ਜਦੋਂ ਮੇਰੇ ਕੋਲ ਖਬਰ ਆਈ, ਮੈਨੂੰ ਫੋਨ ਕੀਤਾ, ਮੈਂ ਕਿਹਾ ਸਰਦਾਰ ਕਿਰਪਾਲ ਸਿੰਘ ਤੁਹਾਡੇ ਕੋਲ ਇਹ ਆਸ ਨਹੀਂ ਕੀਤੀ ਜੀ, ਤੁਸੀਂ ਕਿ ਇਹਨਾਂ ਦੇ ਦਰਦ ਨੂੰ ਸਮਝਣ ਵਾਲੇ ਬੰਦੇ, ਤੁਸੀਂ ਆਪ ਗੱਲ ਕਰਦੇ ਤੁਸੀਂ ਕੀਤਾ ਕੀ ਹੈ? ਕਹਿੰਦਾ ਯਾਰ ਹੋ ਗਿਆ, ਕੁਝ ਬੰਦੇ ਸਾਡੇ ਚ ਮਾੜੇ ਹੁੰਦੇ ਆ ਜੀ। ਅਗਲੇ ਦਿਨ ਟੀਚਰ ਫਿਰ ਆ ਗਏ, ਅਗਲੇ ਦਿਨ ਕੁਛ ਨਹੀਂ ਕਿਹਾ ਉਹਨਾਂ ਨੂੰ। ਕਹਿੰਦਾ ਵੇਖੋ ਜੀ ਤੁਹਾਡੇ ਪੜ੍ਹਾਏ ਹੋਏ ਸੀ ਅਫਸਰ ਬਣੇ, ਜਿਹੜੀ ਕੱਲ ਗਏ ਨੂੰ ਭੁੱਲ ਜਾਓ, ਆਹ ਬੱਸ ਹੈਗੀ ਹੈ ਬੈਠੋ ਤੇ ਤੁਹਾਨੂੰ ਥਾਣੇ ਜਾ ਕੇ ਚਾਹ ਪੀਣ ਜਾ ਕੇ ਠੀਕ ਹੈ। ਰੈਸਟ ਕਰਕੇ ਠੀਕ ਰੈਸਟ ਕਰਕੇ ਲੈ ਕੇ ਕੋਈ ਲਾਠੀਚਾਰਜ ਦਾ ਕੰਮ ਹੋਇਆ। ਹੁਣ ਬਕਾਇਦਾ ਤੌਰ ਤੇ ਜਿਹੜੇ ਮੀਤ ਹੈ ਜੀ, ਉਹ ਐਜੂਕੇਸ਼ਨ ਮਿਨਿਸਟਰ ਆ, ਉਹਨਾਂ ਦੇ ਘਰ ਦੇ ਬਾਹਰ ਜਿਹੜੇ PTA ਟੀਚਰ ਸੀ ਉਹਨਾਂ ਨੇ ਪ੍ਰੋਟੈਸਟ ਕੀਤਾ। ਪੁਲਿਸ ਵਾਲੇ ਕਹਿੰਦੇ ਉਹ ਘਰ ਨਹੀਂ, ਕਹਿੰਦੇ ਫਿਰ ਤੁਸੀਂ ਇੱਥੇ ਕਰਦੇ ਹੋ, ਘਰ ਨਹੀਂ ਜਾਂ ਸਾਨੂੰ ਮਿਲਾ ਦਿਓ ਉਹਨਾਂ ਨੂੰ, ਜਾਂ ਤੇ ਮਿਲਾ ਦਿਓ ਸਾਨੂੰ, ਕੋਈ ਗੱਲ ਨਹੀਂ ਅਸੀਂ ਚੱਲ ਜਾਂਦੇ ਹਾਂ। ਉਹ ਮਿਲੇ ਨਹੀਂ। ਉਹ ਕਹਿੰਦੇ ਜਦੋਂ ਤੱਕ 2000 ਪੋਸਟਾਂ ਕੱਢੀਆਂ ਹੋਈਆਂ ਤੇ ਸਾਡੇ ਕੋਲ ਸਭ ਪਾਸ ਆ, ਅਸੀਂ ਆਪਣੇ ਸਾਰੇ ਟੈਸਟ ਪਾਸ ਕੀਤੇ, ਸਭ ਕੀਤਾ ਵਾ, ਸਾਨੂੰ ਅਪਾਇੰਟਮੈਂਟ ਲੈਟਰ ਨਹੀਂ ਦੇ ਰਹੇ ਤੁਸੀਂ ਜੀ। ਉੱਥੇ ਫਿਰ ਜਿਹੜਾ ਸੀ ਝੜਪ ਹੋ ਗਈ ਪੁਲਿਸ ਨੂੰ। ਤੇ ਜਿਹੜੇ ਟੀਚਰ ਸੀ ਉਹ ਬਕਾਇਦਾ ਤੌਰ ਤੇ ਕੇਸਰੀ ਪੱਗਾਂ ਬੰਨ੍ਹ ਕੇ ਗਏ ਸੀ ਤੇ ਬੀਬੀ ਜਿਹੜੇ ਕੇਸਰੀ ਦੁਪੱਟੇ ਲੈ ਕੇ ਗਏ ਜੀ। ਉੱਥੇ ਪੁਲਿਸ ਦਾ ਧੱਕਾ ਮੁੱਕੀ ਦੇ ਵਿੱਚ ਬੀਬੀਆਂ ਕਈ ਬੇਹੋਸ਼ ਵੀ ਹੋ ਗਈਆਂ, ਕਈ ਬੰਦੇ ਵੀ ਬੇਹੋਸ਼ ਹੋ ਗਏ, ਦਸਤਾਰਾਂ ਵੀ ਖਿਲਰ ਗਈਆਂ, ਫਿਰ ਚੁੰਨੀਆਂ ਤੇ ਜਿਹੜੀਆਂ ਦਸਤਾਰਾਂ ਕੇਸਰੀ ਸੀ ਉਹ ਖਿਲਰੀਆਂ ਦਿੱਤੀਆਂ ਸੀ। ਕੀ ਬਣਿਆ ਪਿਆ
ਤੇ ਹੁਣ ਕੇਜਰੀ ਸਾਹਿਬ ਦੱਸਣ ਵੀ ਤੁਸੀਂ ਕਹਿੰਦੇ ਵੀ ਸਾਡੀ ਸਰਕਾਰ ਬਣੇ, ਕੋਈ ਟੈਂਕੀ ਤੇ ਚਲੇਗਾ, ਕੋਈ ਪ੍ਰੋਟੈਸਟ ਨਹੀਂ ਕਰੇਗਾ, ਇਮੀਡੀਏਟਲੀ ਸਾਡੀ ਸਰਕਾਰ ਹਰਕਤ ਚਾਹੇਗੀ ਤੇ ਅਸੀਂ ਆਪਣੇ ਜਾ ਕੇ ਆਏ ਜੀ ਕੰਮ ਕਰਾਂ। ਲੇਕਿਨ ਫਿਰ ਵੀ ਅਸੀਂ ਕਹਾਂਗੇ ਵੀ ਅਜੇ ਸਮਾਂ ਬੜਾ ਥੋੜਾ ਆ, ਥੋੜਾ ਸਮਾਂ ਦਿਓ ਉਹਨਾਂ ਨੂੰ, ਕੋਈ ਗੱਲ ਨਹੀਂ, ਚਲੋ 2 ਮਹੀਨੇ ਹੋਰ ਦਿਓ ਤਾਂ ਕਿ ਕੁਛ ਨਾ ਕੁਛ ਸਮਾਂ ਲੱਗਦਾ ਹੈ ਖਰਚ। ਹਾਂ ਬਿਲਕੁਲ ਬਿਲਕੁਲ, ਰਾਹ ਲੱਭਣ ਤੇ ਵੀ ਸਮਾਂ ਲੱਗਦਾ ਕਈ ਵਾਰੀ। ਜੀ 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 ਤੇ ਹੁਣ ਅਸ਼ਵਨੀ ਕੁਮਾਰ ਸ਼ਰਮਾ ਜੀ ਕਹਿੰਦੇ ਭਾਈ ਭੁੱਲ ਜੋ, ਅਕਾਲੀ ਦਲ ਲਾ ਲਿਓ, ਤੁਹਾਡੇ ਨਾਲ ਹੁਣ ਨਹੀਂ, ਬਹੁਤ ਹੋ ਗਈ। ਤੁਹਾਨੂੰ ਪਤਾ ਹੋਏਗਾ ਜੀ ਮਾਸਟਰ ਮੋਹਨ ਲਾਲ ਜਿਹੜੇ ਨੇ ਜੀ ਬੀਜੇਪੀ ਦੇ ਜਿਹੜੇ ਬੜੇ ਰੂਟ ਲੈਵਲ ਦੇ ਲੀਡਰ ਰਹੇ ਨੇ, ਮੰਤਰੀ ਰਹੇ ਨੇ 2 ਵਾਰੀ ਬਾਦਲ ਸਰਕਾਰ ਦੇ, ਉਹਨਾਂ ਨੇ ਇੰਨੀ ਗੱਲ ਕਹੀ ਸੀ ਵੀ ਐਤਕੀ 1 ਨਹੀਂ 2 ਨਹੀਂ 23 ਨਹੀਂ, ਐਤਕੀ ਅਸੀਂ 69 ਸੀਟਾਂ ਲਵਾਂਗੇ ਇਹਨਾਂ ਕੋਲ ਜੀ, ਜੇ ਸਾਡੇ ਨਾਲ ਕਾਲੀਆਂ ਨੇ ਆਪਣਾ ਲਾਇਸ ਰੱਖਣਾ ਤੇ ਉਹਦੇ ਤੋੜ ਛੜਾ ਨਹੀਂ ਹੋਇਆ। ਮਨੋਰੰਜਨ ਕਾਲੀਆਂ ਨੇ ਕਿਹਾ ਸੀਗਾ ਜੀ, ਭੰਡਾਰੀ ਨੇ ਕਿਹਾ ਸੀਗਾ ਕਿ ਐਤਕੀ 50-50 ਗੱਲ ਬਣੀ, ਉਦੋਂ ਗੱਲ ਨਹੀਂ ਬਣਦੀ। ਚਲੋ ਬਾਅਦ ਦੇ ਵਿੱਚ ਇਹਨਾਂ ਦਾ ਤੋੜ ਵਿਛੋੜਾ ਹੋ ਗਿਆ ਤੇ ਗੱਲ ਜੀ, ਅੱਜ ਵੀ ਸ਼ਾਇਦ ਅਕਾਲੀ ਦਲ ਚਾਹੁੰਦਾ ਹੋਵੇ ਵੀ ਸਾਡਾ ਬੀਜੇਪੀ ਨਾਲ ਕੋਈ ਸਮਝੌਤਾ ਹੋਵੇ, ਤੇ ਬੀਜੇਪੀ ਕਹਿੰਦੇ ਵੀ ਤੁਹਾਡੇ ਪੱਲੇ ਕੀ ਹੈ ਵੇਲੇ ਤੁਸੀਂ ਕਿਹਨੂੰ, ਤੁਹਾਡੇ ਪੱਲੇ ਕੀ, ਤੁਹਾਡੇ ਕੋਲ 3 ਸੀਟਾਂ, ਤੁਹਾਡੇ ਕੋਲ 2 ਆ, ਤੁਹਾਡਾ ਦਾ ਫਰਕ ਕੀ ਹੈਗਾ। ਇਸ ਕਰਕੇ ਜਿਹੜੀ ਉਹਨੇ ਕਹਿਤਾ ਅਸ਼ਵਨੀ ਕੁਮਾਰ ਨੇ ਵੀ ਕਿਸੇ ਵੀ ਸੂਰਤ ਦੇ ਵਿੱਚ ਅਕਾਲੀ ਦਲ ਨਾਲ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ ਜੀ, ਭਾਵੇਂ ਕਿ ਜਦੋਂ ਸਮਝੌਤਾ ਹੋਣਾ ਸੈਂਟਰ 'ਚ ਹੋ ਜਾਣਾ ਉਦੋਂ ਕਿਸੇ ਨੇ ਪੁੱਛਣਾ ਥੱਲੇ ਅਸ਼ਵਨੀ ਕੁਮਾਰ ਜੀ। ਲੇਕਿਨ ਫਿਰ ਵੀ ਇੰਨੀ ਗੱਲ ਕਹਿਣੀ ਆਖਰਕਾਰ ਪਿੱਛੇ ਕੋਈ ਝੰਡੀ ਹਿਲਦੀ ਆ ਤੇ ਅੱਗੇ ਹਿਲਦੀ ਹੈ ਨਾ, ਆ ਕੇ ਵੇਖੋ ਜੀ ਸਮਝੌਤਾ ਨਹੀਂ ਕਰਾਂਗੇ, ਜੇ ਹੋਊਗਾ ਸਮਝੌਤਾ ਹੁਣ 23 ਸੀਟਾਂ ਨਹੀਂ ਹੋਊਗਾ, ਹੁਣ 50-50 ਹੋਊਗਾ ਤੇ 50-50 ਕਰਦੇ ਫਿਰ ਅਕਾਲੀ ਨੂੰ ਕੱਖ ਨਹੀਂ ਲੱਭਦਾ। ਬਿਲਕੁਲ ਜੀ। ਤੇ ਉਧਰ ਫਿਰ ਜਥੇਦਾਰ ਸਾਹਿਬ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਜੀ। ਦੇਖੋ ਜਥੇਦਾਰ ਸਾਹਿਬ ਜੋ ਕਹਿ ਰਹੇ ਨੇ ਜੀ ਵੀ ਟੈਸਟ ਟੂ ਬੇਬੀ ਦੇ ਸਾਡੇ 625 ਸੈਂਟਰ ਖੁੱਲ ਗਏ ਨੇ ਪੰਜਾਬ ਦੇ ਵਿੱਚ, ਜ਼ਿਆਦਾ ਹੀ ਹੋਣਗੇ ਜੀ ਜਿਹੜੇ ਉਹਨਾਂ ਨੇ ਕਿਹਾ, ਜੋ ਮੇਰੀ ਰਿਪੋਰਟ ਕਹਿੰਦੀ। ਤੇ ਟੈਸਟ ਬੇਬੀ ਦਾ ਮਤਲਬ ਇਹ ਆ ਕਿ ਜਿਹੜੀਆਂ ਸਾਡੀਆਂ ਲੜਕੀਆਂ ਨੇ ਉਹ ਆਪਣਾ ਸੀਮਨ ਜਿਹੜਾ ਸੀ ਉਹ ਬਾਹਰੋਂ ਆ ਰਿਹਾ ਤੇ ਇੱਥੋਂ ਸਾਡੇ ਬੱਚੇ ਦਾ ਜੋ ਹੈਗਾ ਦੇਖ ਰਿਹਾ ਤੁਸੀਂ ਕੁਝ ਹੋ ਰਿਹਾ ਜਿਹੜਾ ਆ ਵੀ ਮੁੰਡਿਆਂ ਦੇ ਸੀਮਨ ਦੇ ਵਿੱਚ ਕਮਜ਼ੋਰੀ ਆ ਗਈ ਹੈ। ਜੀ ਜੀ, ਉਹ ਕਹਿੰਦੇ ਆ ਵੀ ਪਹਿਲਾਂ ਸਾਡੀਆਂ ਫਸਲਾਂ ਜਿਹੜੀਆਂ ਉਹਨਾਂ ਦਾ ਬਲਾਤਕਾਰ ਕੀਤਾ ਗਿਆ, ਪਹਿਲਾਂ ਸਾਡੀਆਂ ਫਸਲਾਂ ਨਸ਼ਟ ਕੀਤੀਆਂ ਗਈਆਂ, ਅੱਜ ਸਾਡੀ ਧਰਤੀ ਭਾਰੇ ਤੇ ਪੈ ਚੁੱਕੀ ਆ, ਖਾਦਾਂ ਤੋਂ ਬਗੈਰ ਕੋਈ ਫਸਲ ਨਹੀਂ ਹੁੰਦੀ ਜੀ। ਪਹਿਲਾਂ ਸਾਡੀਆਂ ਫਸਲਾਂ ਵਿਗਾੜੀਆਂ, ਪਹਿਲਾਂ ਫਸਲਾਂ ਦੀ ਨਸਲਕੁਸ਼ੀ ਕੀਤੀ ਤੇ ਹੁਣ ਸਾਡੀਆਂ ਨਸਲਾਂ ਦੀ ਨਸਲਕੁਸ਼ੀ ਕੀਤੀ ਜਾਂਦੀ ਜੀ। ਉਹਨਾਂ ਸੁਚੇਤ ਕੀਤਾ ਪੰਜਾਬ ਦੇ ਲੋਕਾਂ ਨੂੰ, ਭਾਈ ਸੁਚੇਤ ਹੋ ਜੋ, ਤੁਹਾਡੀ ਬਰਬਾਦੀ ਕੀਤੀ ਜਾ ਰਹੀ ਹੈ, ਤੁਹਾਡੇ ਸੀਮਨ ਵੀ ਬਾਹਰੋਂ ਆ ਰਹੇ ਨੇ, ਫੀਰਮ ਜਿਹੜੇ ਟੈਸਟ ਬੇਬੀ ਬੱਚੇ ਪੈਦਾ ਹੋ ਰਹੇ ਨੇ, ਇਹਦਾ ਮਤਲਬ ਤੁਹਾਡਾ ਸਭ ਕੁਝ ਖਤਮ ਕੀਤਾ ਜਾਊਗਾ ਜੀ। ਇਹ ਜਥੇਦਾਰ ਸਾਹਿਬ ਨੇ ਚਿੰਤਾ ਜ਼ਾਹਿਰ ਕੀਤੀ ਆ, ਇਹਦੇ ਉੱਤੇ ਪੋਲੀਟੀਕਲ ਪਾਰਟੀਆਂ ਨੂੰ ਬੋਲਣਾ ਚਾਹੀਦਾ ਸੀ, ਆਪਣੇ ਪੱਖ ਰੱਖਣੇ ਚਾਹੀਦੇ ਸੀ, ਹਾਕਮ ਤੇ ਨੂੰ ਆਪਣਾ ਪੱਖ ਦੇਣਾ ਚਾਹੀਦਾ, ਪਰ ਕੋਈ ਬੋਲਿਆ ਨਹੀਂ ਜੀ। ਜਥੇਦਾਰ ਸਾਹਿਬ ਜ਼ਰੂਰ ਬੋਲੇ ਆ, ਉਹ ਗੱਲ ਤਾਂ ਜ਼ਰੂਰ ਕਰਦੇ ਆ ਪਰ ਮੁੜ ਕੇ ਪੈਰ ਨਹੀਂ ਲਾਉਂਦੇ। ਤੁਹਾਨੂੰ ਪਤਾ ਨਾ ਜੇ YouTube ਤੁਸੀਂ ਨੇ ਕਿਹਾ ਸੀ ਜਥੇਦਾਰ ਦਾ ਆਦੇਸ਼ ਸੀਗਾ ਵੀ 1 ਹਫ਼ਤੇ ਚਾਲੂ ਕਰੋ ਜੀ, ਅੱਜ 1 ਮਹੀਨਾ ਹੋ ਗਿਆ ਤੇ ਪ੍ਰਧਾਨ ਸਾਹਿਬ ਕਹਿੰਦੇ ਜੀ ਕਿ ਕਮੇਟੀ ਬਣਾਈ, ਅਸੀਂ ਸਬ ਕਮੇਟੀ ਬਣਾਈ, ਰਿਪੋਰਟ 'ਚ ਆਈ ਨਹੀਂ, ਉਹਦੀ ਰਿਪੋਰਟ ਆਊਗੀ ਉਹ ਫਿਰ ਅਸੀਂ ਆਪਣੀ ਐਗਜੈਕਟ 'ਚ ਜਿਹੜੀ ਉਹ ਵਿਚਾਰ ਕਰਾਂਗੇ, ਉਦੋਂ ਬਾਅਦ ਸੋਚਾਂਗੇ ਅਸੀਂ ਕੀ ਕਰਨਾ ਅੱਗੇ ਜੀ, ਫਿਰ ਕੇਂਦਰ ਨੂੰ ਭੇਜਾਂਗੇ ਅਸੀਂ। ਇਹਦਾ ਮਤਲਬ ਤੁਸੀਂ ਤਿਆਰ ਨਹੀਂ, ਜਥੇਦਾਰ ਦੇ ਹੁਕਮ ਤੇ ਪੂਰਨੇ ਪਾਉਣ ਲਈ ਤਿਆਰ ਨਹੀਂ ਤੁਸੀਂ। ਇਸ ਕਰਕੇ ਅਕਾਲੀ ਦਲ ਨੂੰ ਵੀ, ਕਾਂਗਰਸ ਨੂੰ ਵੀ ਤੇ ਪੰਜਾਬ ਦੀ ਹਾਕਮ ਧਿਰ ਨੂੰ ਵੀ ਜਥੇਦਾਰ ਦੇ ਬਿਆਨ ਤੇ ਆਪਣਾ ਪ੍ਰਤੀਕਰਮ ਦੇਣਾ ਚਾਹੀਦਾ ਸੀ, ਪਰ ਕਿਸੇ ਦਿੱਤਾ ਨਹੀਂ ਜੀ। ਪਰ ਗੱਲ ਬੜੀ ਹਮੇਸ਼ਾ ਹੀ ਇਹਦੇ ਉੱਤੇ ਚਰਚਾ ਪਹਿਲਾਂ ਵੀ ਕਰਦੇ ਰਹੇ, ਪਰ ਤੇਜਿੰਦਰ ਕੌਰ ਧਾਲੀਵਾਲ ਹੋਰਾਂ ਨੇ ਅਸਤੀਫਾ ਕਿਉਂ ਦਿੱਤਾ ਜੀ? ਤੇਜਿੰਦਰ ਕੌਰ ਧਾਲੀਵਾਲ ਜਿਹੜੀ ਇੱਕ ਪੋਲੀਟੀਕਲ ਜਿਹੜੀ ਉਹ ਔਰਤ ਹੈ ਜੀ, ਤੁਹਾਨੂੰ ਪਤਾ ਕਾਲੀਆਂ ਦੀ ਸਰਕਾਰ ਵਾਲੀ ਇੱਕ ਬੋਰਡ ਦੀ ਚੇਅਰਪਰਸਨ ਵੀ ਰਹੀ ਹੈ। ਫਿਰ ਉਹ ਤੇਜਿੰਦਰ ਕੌਰ ਧਾਲੀਵਾਲ ਬੇਸਿਕਲੀ ਇਹਨਾਂ ਦਾ ਮੁਕਤਸਰ ਕਾਲਜ ਆ, ਉਹਦੀ ਪ੍ਰਿੰਸੀਪਲ ਆ ਜੀ, ਗਵਰਨਮੈਂਟ ਏਡਡ ਕਾਲਜ ਆ ਹਾਂ ਹੈਗਾ ਜੀ। ਤੇ ਗਵਰਨਮੈਂਟ ਏਡਡ ਕਾਲਜ ਹੋਣ ਤੇ ਹੁਣ ਇੱਥੇ ਕਈ ਗੱਲਾਂ ਆਉਂਦੀਆਂ ਵੀ ਉੱਥੋਂ ਜਿਹੜੇ ਪ੍ਰੋਵੀਡੈਂਟ ਫੰਡ ਜਿਹੜੇ ਸੀ ਮੁਲਾਜ਼ਮਾਂ ਦੇ ਸੀ ਉਹ ਜਮ੍ਹਾਂ ਨਹੀਂ ਕਰਾਏ, ਕਹਿਤਾ ਕਰਾਤੇ ਆ, ਤੇ ਉਹ ਜਿਹਦੇ ਤੇ ਗਾਜ ਜੁਗੂਗੀ ਉਹ ਤਾਂ ਮਰਨਾ ਜੀ ਉਹਨੇ ਤਾਂ। ਤੇ ਬੀਬੀ ਨੂੰ ਲਾਇਆ ਸੀ ਡਾਇਰੈਕਟਰ ਐਜੂਕੇਸ਼ਨ ਵਿਭਾਗ ਦਾ, ਤੇ ਜਿਹੜੇ ਐਜੂਕੇਸ਼ਨ ਸੈਕਟਰੀ ਨੇ ਸਾਡੇ ਐਸਜੀਪੀਸੀ ਦੇ ਸੁਖਵਿੰਦਰ ਸਿੰਘ, ਉਹਦੇ ਨਾਲ ਬਣਦੀ ਨਹੀਂ ਸੀ। ਦੂਸਰੀ ਇਹ ਪੰਗਾ ਪੈ ਗਿਆ ਜੀ,
ਤੀਸਰੇ ਇੱਕ ਦੋ ਪੰਗੇ ਹੋਰ ਮੈਂ ਜੇ ਕਨਫਰਮ ਨਹੀਂ ਕੀਤੇ, ਉਹ ਕਨਫਰਮ ਕਰਕੇ ਮੈਂ ਫਿਰ ਦੱਸੂਗਾ, ਲੇਕਿਨ ਜਿੰਨੀ ਕਿ ਮੈਨੂੰ ਨੌਲੇਜ ਸੀ ਉਹਨੇ ਤੁਹਾਨੂੰ ਦੱਸ ਦਿੱਤੀ ਗੱਲ ਆ। ਉਹਨਾਂ ਦੇ ਪ੍ਰਿੰਸੀਪਲ ਤੋਂ ਸਿਰਫ ਤੋਂ ਨਹੀਂ, ਉਹਨਾਂ ਨੇ ਸਿਰਫ ਡਾਇਰੈਕਟਰ ਜਿਹੜਾ ਵਾ ਵਿਭਾਗ ਸਿੱਖਿਆ ਵਿਭਾਗ ਉਹ ਤੋਂ ਸੇਵਾ ਦਿੱਤਾ ਜੀ। ਕੁਛ ਲੋਕ ਕਹਿੰਦੇ ਉਹ ਲੱਗ ਹੀ ਨਹੀਂ ਸੀ ਸਕਦੇ, ਉੱਥੇ ਉਹ ਲੱਗ ਨਹੀਂ ਸੀ ਕਿਸੇ ਸੂਰਤ ਚ, ਗਲਤ ਆਇਆ ਗਿਆ ਸੀਗਾ ਜੀ। ਮਿੱਠੂ ਸਿੰਘ ਕਾਨੇ ਕੇ ਜਿਹੜੇ ਸਾਡੇ ਸ਼੍ਰੋਮਣੀ ਕੁਝ ਦੇ ਮੈਂਬਰ ਨੇ ਤੇ ਐਗਜ਼ੈਕਟਿਵ ਮੈਂਬਰ ਹੀ ਨੇ, ਉਹ ਕਹਿੰਦੇ ਜੀ ਮੈਂ ਤੇ ਮੁੱਦਾ ਠਾਇਆ ਸੀ ਬੀਬੀ ਲਾ ਤੁਸੀਂ ਕਿਵੇਂ ਦਿੱਤੀ ਹੈ, ਇਹ ਤੇ ਕੁਆਲੀਫਾਈ ਨਹੀਂ ਕਰਦੀ, ਤੁਸੀਂ ਕਿਵੇਂ ਲਾਤੀ ਇਹਨੂੰ। ਅੱਛਾ ਜੀ। ਇਸ ਕਰਕੇ ਉਹ ਬੀਬੀ ਨੇ ਆਪਣਾ ਅਸਤੀਫਾ ਦਿੱਤਾ। ਮੇਨ ਲੱਗਦਾ ਸੀ ਜਿਹੜਾ ਉਹੀ ਪ੍ਰੋਵੀਡੈਂਟ ਫੰਡ ਦਾ ਝਗੜਾ ਉਹਦੇ ਕਰਕੇ ਦਿੱਤਾ ਹੁੰਦਾ ਵੀ ਮੈਂ ਕੋਈ ਕਿਸੇ ਗੱਲ ਤੇ ਫਸਾ, ਜਦੋਂ ਮੈਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਮੈਂ ਕੋਈ ਫਸਾ ਜੀ। ਜੇ ਉਹਦੀ ਜਾਂਚ ਹੋ ਜਾਂਦੀ ਸਰਕਾਰੀ ਤੌਰ ਤੇ ਫਿਰ ਗਾਜ ਤੇ ਕਿਸੇ ਡਿੱਗਣੀ। ਸੋ ਹੋਰ ਇੱਕ ਅੱਧੀ ਖਬਰ ਕਰ ਲਈਏ ਜਾਂ ਕਰ ਲਓ। ਠੀਕ ਹੈ ਜੀ। ਫਿਰ ਆਪਾਂ ਹੁਣ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਮਾਨ ਦੀ ਹੋਣ ਵਾਲੀ ਮੀਟਿੰਗ ਜਿਹੜੀ ਉਹ ਬੜੀ ਚਰਚਾ ਦਾ ਵਿਸ਼ਾ ਬਣ ਗਈ ਹੈ। ਸਾਡੇ ਲੋਕ ਬੜੇ ਕਾਲੇ ਨੇ ਜੀ। ਕਿਸੇ ਨੇ ਕਹਿਤਾ ਲਾਤੀ ਜੀ ਵੇਖੋ ਜੀ ਸਿੱਧੂ ਗਿਆ ਆਮ ਆਦਮੀ ਪਾਰਟੀ ਜੀ, ਕਿਸੇ ਨੇ ਕਹਿਤਾ ਜੀ ਉਹ MP ਦੀ ਟਿਕਟ ਲੈਣ ਗਿਆ ਜੀ, ਕਿਸੇ ਨੇ ਕਹਿਤਾ ਰਾਜ ਸਭਾ ਲੈਣ ਗਿਆ ਜੀ। ਲੇਕਿਨ ਸੱਚਾਈ ਇਹਦੇ ਚ ਕੁਝ ਵੀ ਨਹੀਂ ਹੈ ਜੀ। ਦਾਨੇਵਾਲੀਆ ਸਾਹਿਬ, ਜੇ ਕਿਤੇ ਨਵਜੋਤ ਸਿੰਘ ਸਿੱਧੂ ਜਦੋਂ ਇਹਨੇ ਕਰਤਾਰਪੁਰ ਲਾਂਘੇ ਦੀ ਗੱਲ ਚਲਾਈ ਸੀ, ਕਰਤਾਰਪੁਰ ਦਾ ਲਾਂਘਾ ਖੁੱਲਿਆ ਸੀ, ਉਦੋਂ ਕਿਤੇ ਕਾਂਗਰਸ ਜੁਆਇਨ ਨਾ ਕਰਦਾ ਤੇ ਆਪਣੀ ਪਾਰਟੀ ਬਣਾ ਲੈਂਦਾ ਜੀ। 2017 ਦੇ ਵਿੱਚ ਉਹਦੀ ਗੱਲ ਬਣਦੀ, ਲੇਕਿਨ 22 ਦੇ ਵਿੱਚ ਉਹਦੀ ਪਾਰਟੀ ਜਿਹੜੀ ਜਗ੍ਹਾ ਆਮ ਆਦਮੀ ਪਾਰਟੀ ਲਈ ਨੇ ਉਹ ਨਵਜੋਤ ਸਿੰਘ ਸਿੱਧੂ ਦੀ ਪਾਰਟੀ ਲੈ ਸਕਦੀ ਜੀ। ਤੇ ਬਦਲਾਅ ਚਾਹੁੰਦੇ ਸੀ ਲੋਕ। ਨਵਜੋਤ ਸਿੰਘ ਸਿੱਧੂ ਨੂੰ ਲੋਕ ਅੱਜ ਵੀ ਚਾਹੁੰਦੇ ਨਹੀਂ, ਗੱਲ ਨਹੀਂ ਚਾਹੁੰਦੇ ਉਹਨੂੰ, ਯਾਰ ਬੰਦਾ ਗੱਲ ਤਾਂ ਸੱਚੀ ਕਰਦਾ ਨਾ। ਲੇਕਿਨ ਐਤਕੀ ਤੇ ਲੋਕਾਂ ਬੰਦਾ ਨਹੀਂ ਵੇਖਿਆ, ਝਾੜੂ ਵੇਖਿਆ। ਉਹਨੂੰ ਪੁੱਛਿਆ ਵੋਟ ਕਿਹਨੂੰ ਪਾਉਣੀ ਹੈ ਯਾਰ, ਝਾੜੂ ਨੂੰ। ਕੌਣ ਖੜਾ ਆਂਦਾ ਪਤਾ ਨਹੀਂ। ਇਹ ਹਾਲ ਸੀਗਾ ਐਤਕੀ। ਨਵਜੋਤ ਸਿੰਘ ਸਿੱਧੂ ਜੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਿਆ, ਹੋਇਆ ਕੀ ਐਕਚੁਅਲੀ ਕਹਾਣੀ ਹੋਈ ਇਹ ਵੀ ਜਿਹੜੇ ਇਹ ਕੁਝ ਦਿਨ ਪਹਿਲਾਂ ਬਕਾਇਦਾ ਤੌਰ ਤੇ ਰਾਜਪਾਲ ਨੂੰ ਮਿਲ ਕੇ ਇੱਕ ਮੰਗ ਪੱਤਰ ਦੇ ਕੇ ਆਏ ਸੀ, ਪੰਜਾਬ ਦੀ ਹਾਲਤ ਮਾੜੀ ਹੈ ਤੇ ਤੁਸੀਂ ਇੱਥੇ ਗੌਰ ਕਰੋ ਜੀ। ਉਹਨਾਂ ਨੇ ਕੀਤਾ, ਰਾਜਪਾਲ ਸਾਹਿਬ ਨੇ ਉਹ ਆਪਣਾ ਡੀਓ ਲਾਇਆ ਤੇ ਭੇਜਤੀ ਸਰਕਾਰ ਨੂੰ, ਮੁੱਖ ਮੰਤਰੀ ਵੀ ਇੱਥੇ ਗੌਰ ਕਰੋ ਜੀ ਆਈ ਹੈ ਜੀ। ਉਹਨਾਂ ਫਿਰ ਇਹਨੂੰ ਕਿਹਾ ਸਿੱਧੂ ਨੂੰ ਯਾਰ ਮੈਂ ਕਿ ਚਾਹਦਾ ਕੰਪਨੀ ਨੇ ਗੱਲ ਕਰੀ ਹੈਗੀ। ਸਿੱਧੂ ਆਪ ਨਹੀਂ ਗਿਆ, ਸਿੱਧੂ ਨੂੰ ਬੁਲਾਇਆ ਗਿਆ ਜੀ। ਜਦੋਂ ਬੁਲਾਇਆ ਗਿਆ ਤਾਂ ਹੀ ਉਹ ਸਿਫਤ ਕਰਦਾ। ਮੁੜ ਕੇ ਇਹਨੇ ਪਹਿਲਾਂ ਉਹਦੀ ਭੈਣ ਦੇ ਖਿਲਾਫ ਬੋਲਿਆ ਵੀ ਤੇਰੀ ਭੈਣ ਨੂੰ ਸਿਕਿਉਰਿਟੀ ਤੂੰ ਕਿਵੇਂ ਦੇਤੀ ਹੈ, ਗੱਡੀਆਂ ਸਰਕਾਰੀ ਕਿਵੇਂ ਦੇਤੀ ਹੈ, ਇੱਥੇ ਲੋਕ ਮਰਨ ਦੇ ਖੱਪਣ ਦੇ। ਮੁੜ ਕੇ ਕਹਿਤਾ ਜੀ ਇਹ ਜਰਨੈਲ ਆ, ਇਹ ਬੱਬਰ ਸ਼ੇਰ ਆ ਜੀ। ਕੱਲ ਵੀ ਕਿਹਾ ਜੀ ਉਹ ਬੰਦਾ 15 ਸਾਲ ਜਿੱਦਾਂ ਦਾ ਹੈਗਾ ਸੀ ਉਦਾਂ ਦਾ ਉਦਾਂ ਹੀ, ਉਹਦੇ ਤੇ ਕੋਈ ਫਰਕ ਨਹੀਂ ਪਿਆ ਜੀ। ਉਹ ਅੱਜ ਗਰੀਬ ਸਿੱਖ ਆ ਤੇ ਗੱਲ ਵੀ ਠੀਕ ਆ। ਸਾਡੇ 1947 ਤੋਂ ਬਾਅਦ ਜਿੰਨੇ ਵੀ ਮੁੱਖ ਮੰਤਰੀ ਬਣੇ ਉਹ ਰਜਵਾੜੇ ਤੇ ਮਹਾਰਾਜੇ ਬਣੇ ਜੀ। ਪਹਿਲੀ ਵਾਰੀ ਜੇ ਕੋਈ ਗਰੀਬ ਸਿੱਖ ਦਾ ਬੰਦਾ ਬਣਿਆ ਤਾਂ ਚੰਗੀ ਗੱਲ ਆ, ਜੇ ਉਹ ਲੋਕਾਂ ਦੀ ਗੱਲ ਸੁਣਦਾ ਚੰਗੀ ਗੱਲ ਆ। ਜੇ ਕੋਈ ਹੋਰ ਹੁੰਦਾ, ਕੈਪਟਨ ਅਮਰਿੰਦਰ ਸਿੰਘ ਹੁੰਦਾ, ਉਹਨੇ ਕਹਿੰਦਾ ਰੱਖਦੇ ਯਾਰ ਸੁਣਦੇ ਟਿੱਪਰਾ ਸੁਣਦੇ ਕੋਈ ਗੱਲ ਨਹੀਂ ਕਰਦਾ। ਘੱਟੋ ਘੱਟ ਮਹਿਸੂਸ ਤਾਂ ਕੀਤਾ ਨਾ ਆਪਣੀ ਜ਼ਿੰਮੇਵਾਰੀ ਨੂੰ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਪੱਟੀ ਸਾਹਿਬ, ਮਿਹਰਬਾਨੀ, ਧੰਨਵਾਦ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡੇ ਤੋਂ ਇੱਕ ਵਾਰੀ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਤੇ ਫਿਰ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜਨਗੇ ਨੀਲ ਭਲਿੰਦਰ ਜੀ ਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ। ਸੋ ਇਸ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ ਪਲੀਜ਼ ਰੇਡੀਓ ਪੰਜਾਬ ਟੁਡੇ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ ਕਮੈਂਟ ਜ਼ਰੂਰ ਕਰ ਦੇਣਾ।